ਸੋ ਸਵਾਗਤ ਕਰਦਾ ਜੀ ਇੱਕ ਵਾਰੀ ਫਿਰ ਮੈਂ ਆਪਣੇ ਸੈਸ਼ਨ ਦੇ ਵਿੱਚ ਕਿਸੇ ਕਾਰਨ ਕਰਕੇ ਮੇਰਾ ਮਾਈਕ ਮਿਊਟ ਹੋ ਗਿਆ ਸੀ। ਸੋ ਪ੍ਰਿੰਸੀਪਲ ਦੀ ਗੱਲ ਕਰ ਰਹੇ ਸੀ, ਉਹ ਤੁਹਾਨੂੰ ਆਲਰੇਡੀ ਕਲੀਅਰ ਹੈ। ਪ੍ਰਿੰਸੀਪਲ ਟੂ ਯੂਰ ਗ੍ਰੇਟ ਸਕਸੈਸ। ਜ਼ਿੰਦਗੀ ਦੇ ਵਿੱਚ ਹਰ ਕੋਈ ਦੇਖੋ ਸਟਰਗਲ ਕਿਤੇ ਨਾ ਕਿਤੇ ਕਰ ਰਿਹਾ, ਹਰ ਕੋਈ ਚਾਹੁੰਦਾ ਕਿ ਮੈਂ ਕਾਮਯਾਬ ਹੋਵਾਂ। ਨੋ ਡਾਊਟ ਕੋਈ ਵੀ ਫੀਲਡ ਹੋ ਸਕਦੀ ਆ, ਉਹ ਕਿਸੇ ਵੀ ਪ੍ਰਕਾਰ ਦਾ ਉਹਦਾ ਐਫਰਟ ਹੋ ਸਕਦਾ ਕਿਸੇ ਵੀ ਫੀਲਡ ਦੇ ਵਿੱਚ। ਬਟ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਅਸੂਲ ਨਹੀਂ, ਸਿਧਾਂਤ ਨਹੀਂ, ਪ੍ਰਿੰਸੀਪਲਸ ਨਹੀਂ ਹੈ ਤਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਪ੍ਰਿੰਸੀਪਲ ਨੂੰ ਇੱਕ ਸਿੰਪਲ ਜਨਰਲ ਲਾ, ਰੂਲ, ਆਈਡੀਆ ਜਾਂ ਸਿਧਾਂਤ ਦੇ ਤੌਰ ਤੇ ਲਵਾਂਗੇ। ਤੇ ਮੈਂ ਤੁਹਾਨੂੰ ਸਭ ਨੂੰ ਇੱਕ ਕੁਐਸਚਨ ਵੀ ਕਰਾਂਗਾ ਚੱਲਦੀ ਮੀਟਿੰਗ ਕਿ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਿੰਸੀਪਲ ਹੈ, ਕੋਈ ਤੁਹਾਡੇ ਸਿਧਾਂਤ ਹਨ, ਕੋਈ ਅਸੂਲ ਹਨ? ਜੇ ਨਹੀਂ ਤਾਂ ਅੱਜ ਤੋਂ ਬਣਾਈਏ, ਕੋਸ਼ਿਸ਼ ਕਰੀਏ ਕਿ ਸਾਡਾ ਇੱਕ ਸਿਧਾਂਤ ਹੋਵੇ, ਸਾਡੇ ਅਸੂਲ ਹੋਣ ਜ਼ਿੰਦਗੀ ਦੇ। ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਸਾਰਿਆਂ ਦੇ ਲਈ, ਇਹ ਨਹੀਂ ਕਹਿ ਰਿਹਾ ਮੇਰੇ ਇਕੱਲੇ ਲਈ, ਸਭ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਕਿਉਂਕਿ ਜਿਹੜੇ ਬੰਦੇ ਦਾ ਕੋਈ ਪ੍ਰਿੰਸੀਪਲ ਨਹੀਂ ਹੈ, ਕਿਸੇ ਦੇ ਸਿਧਾਂਤ ਨਹੀਂ ਹੈ ਨਾ, ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਸੋ ਸਿਧਾਂਤ ਹੋਣੇ, ਪ੍ਰਿੰਸੀਪਲ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਪ੍ਰਿੰਸੀਪਲ ਮੇਨ ਮਕਸਦ ਹੁੰਦਾ ਹੈ ਬੰਦੇ ਦਾ ਕਿ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਢੰਗ ਦੇ ਨਾਲ ਜੀਵੇ। ਮੈਟਰ ਨਹੀਂ ਕਰਦਾ ਹਾਲਾਤ ਕਿੱਦਾਂ ਦੇ ਨੇ, ਮੁਸੀਬਤਾਂ ਕਿੰਨੀਆਂ ਆਈਆਂ ਨੇ, ਜੋ ਮਰਜ਼ੀ ਕੁਝ ਹੋ ਜਾਏ, ਪਰ ਤੁਹਾਡਾ ਅਸੂਲ ਹੋਣਾ ਚਾਹੀਦਾ ਜ਼ਿੰਦਗੀ ਦਾ ਕਿ ਇਹਨੂੰ ਮੈਂ ਬਿਹਤਰੀਨ ਤਰੀਕੇ ਨਾਲ ਜੀਣਾ ਹੈ, ਉਹ ਸਕਸੈਸ ਨੂੰ ਪਾਉਣਾ ਹੈ। ਕਿਉਂਕਿ ਜਿੰਨੇ ਵੀ ਪਰਸਨ ਜ਼ਿੰਦਗੀ ਇੱਥੇ ਧਰਤੀ ਤੇ ਕਹਿ ਲਈਏ ਜਿਨ੍ਹਾਂ ਨੇ ਜਨਮ ਲਿਆ, ਹਰ ਕੋਈ ਇੱਕ ਨੈਚੁਰਲ ਅਬਿਲਿਟੀਜ਼ ਦੇ ਨਾਲ ਜਨਮ ਲਿਆ। ਹਰ ਇੱਕ ਨੇ, ਹਰ ਇੱਕ ਦੇ ਕੋਲ ਉਹਦੀਆਂ ਅਬਿਲਿਟੀਜ਼ ਨੇ, ਪਰ ਉਹ ਕਿਉਂਕਿ ਉਹਨਾਂ ਦੀ ਜ਼ਿੰਦਗੀ 'ਚ ਕੋਈ ਅਸੂਲ ਨਹੀਂ, ਕੋਈ ਸਿਧਾਂਤ ਨਹੀਂ, ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਸੀ ਟ੍ਰੈਜਡੀ ਨਹੀਂ ਹੋਈ, ਕੋਈ ਉਹਨਾਂ ਦਾ ਗੁਰੂ, ਕੋਈ ਮੈਂਟਰ ਨਹੀਂ ਆਇਆ ਜਿਹਨੇ ਉਹਨੂੰ ਰੂਲ ਰੈਗੂਲੇਸ਼ਨ ਦੱਸੇ, ਸਿਧਾਂਤ ਦੱਸੇ, ਉਹ ਪ੍ਰਿੰਸੀਪਲ ਦੱਸੇ ਕਿ ਜ਼ਿੰਦਗੀ ਦੇ ਅਸਲ ਪ੍ਰਿੰਸੀਪਲ ਆ ਹੁੰਦੇ ਨੇ। ਜਿਹੜੀ ਉਹਦੀਆਂ ਅਬਿਲਿਟੀਜ਼ ਨੇ, ਜਿਹੜੀਆਂ ਉਹਦੇ ਟੈਲੈਂਟਸ ਨੇ ਨਾ, ਉਹ ਲੁਕੇ ਰਹਿ ਜਾਂਦੇ ਨੇ, ਉਹ ਵਰਥਲੈਸ ਰਹਿ ਜਾਂਦੇ ਨੇ ਤੇ ਉਹ ਕੁਝ ਨਹੀਂ ਕਰ ਸਕਦਾ। ਸੋ ਇਹ ਜ਼ਿੰਦਗੀ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਅਗਰ ਤੁਸੀਂ ਵਧਣਾ ਚਾਹੁੰਦੇ ਹੋ, ਤੁਹਾਡੇ ਉਹ ਪੋਟੈਂਸ਼ੀਅਲ ਨੂੰ ਆਪਣੇ ਅੰਦਰੋਂ ਕੱਢਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਜਿਹੜੇ ਸਿਧਾਂਤ ਨੇ ਉਹਨਾਂ ਤੇ ਜ਼ਰੂਰ ਵਰਕ ਕਰੋ, ਆਪਣੇ ਸਿਧਾਂਤ ਬਣਾਵੋ, ਤਾਂ ਹੀ ਤੁਸੀਂ ਆਪਣੀ ਅੰਦਰਲੀ એનર્ਜੀ ਨੂੰ, ਅੰਦਰਲੀ ਪਾਵਰ ਨੂੰ ਬਾਹਰ ਕੱਢ ਸਕਦੇ ਹੋ ਤੇ ਤੁਸੀਂ ਰਾਈਜ਼ ਕਰ ਸਕਦੇ ਹੋ। ਜਿਹੜਾ ਬੰਦਾ ਪ੍ਰਿੰਸੀਪਲ ਤੋਂ ਅਲੱਗ ਹੁੰਦਾ, ਜਾਂ ਜਿਹਦੇ ਕੋਲ ਪ੍ਰਿੰਸੀਪਲ, ਜਿਹਦੇ ਕੋਲ ਕੋਈ ਸਿਧਾਂਤ ਨਹੀਂ ਹੈ ਨਾ, ਉਹ ਡਾਇਰੈਕਸ਼ਨਲੈਸ ਹੁੰਦਾ ਹੈ, ਉਹਨੂੰ ਪਤਾ ਨਹੀਂ ਕਿੱਧਰ ਨੂੰ ਜਾਣਾ। ਉਹ ਇੱਕ ਪੰਛੀ ਦੀ ਤਰ੍ਹਾਂ ਜਿਹਦੇ ਪਰ ਨਹੀਂ ਹੁੰਦੇ, ਉੱਡ ਨਹੀਂ ਸਕਦਾ। ਉਹ ਸ਼ਿਪ ਦੀ ਤਰ੍ਹਾਂ ਹੈ, ਉਹ ਜਿਹਦਾ ਕੋਈ ਕਿਨਾਰਾ ਨਹੀਂ ਹੁੰਦਾ, ਜਿਹਦਾ ਕੋਈ ਚਲਾਉਣ ਵਾਲਾ ਨਹੀਂ, ਉਹ ਕਿੱਥੇ ਪਹੁੰਚੇਗੀ? ਜਾਂ ਇੱਕ ਕਹਿ ਸਕਦੀ ਹੈ ਜਿੱਦਾਂ ਬਲਾਈਂਡ ਪਰਸਨ ਹੁੰਦਾ, ਉਹਦੀ ਤਰ੍ਹਾਂ ਕਿ ਉਹਨੂੰ ਪਤਾ ਹੀ ਨਹੀਂ ਹੈ ਮੈਂ ਕਿੱਧਰ ਨੂੰ ਕੀ ਕਰਨਾ ਹੈ। ਸੋ ਬੰਦੇ ਨੂੰ ਕਲੀਅਰ ਹੋਣਾ ਚਾਹੀਦਾ ਕਿ ਉਹਦੇ ਪ੍ਰਿੰਸੀਪਲ ਹੈ, ਉਹਦੇ ਸਿਧਾਂਤ ਨੇ, ਉਹਨਾਂ ਨੂੰ ਫੋਲੋ ਕਰੇ। ਜਿਸ ਵੀ ਪਰਸਨ ਦੀ ਜ਼ਿੰਦਗੀ ਦੇ ਵਿੱਚ ਪ੍ਰਿੰਸੀਪਲ ਜਾਂ ਸਿਧਾਂਤ ਹੁੰਦੇ ਨੇ, ਉਹਨਾਂ ਨੂੰ ਕਲੀਅਰ ਹੁੰਦਾ ਕਿ ਮੇਰਾ ਵਿਜ਼ਨ ਕੀ ਹੈ, ਮੇਰੀ ਡਾਇਰੈਕਸ਼ਨ ਕੀ ਹੈ, ਮੇਰਾ ਮਿਸ਼ਨ ਕੀ ਹੈ, ਤਾਂ ਹਮੇਸ਼ਾ ਹੀ ਅੱਗੇ ਵਧੇਗਾ। ਉਹਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ, ਕੋਈ ਟੈਨਸ਼ਨ ਨਹੀਂ ਹੋਗੀ। ਜਿੰਨੇ ਮਰਜ਼ੀ ਅੜਚਣਾਂ ਉਹਦੀ ਜ਼ਿੰਦਗੀ 'ਚ ਆਉਣ, ਉਹਦਾ ਮੇਨ ਫੋਕਸ, ਉਹਨੂੰ ਸਿਧਾਂਤ ਕਲੀਅਰ ਹੈ, ਮੈਂ ਕੀ ਕਰਨਾ ਜ਼ਿੰਦਗੀ ਦੇ ਵਿੱਚ। ਇਹ ਜਿੰਨੇ ਵੀ ਪ੍ਰਿੰਸੀਪਲਸ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ, ਕਿਉਂਕਿ ਮੇਰਾ ਟੌਪਿਕ ਤਕਰੀਬਨ ਇਦਾਂ ਦੇ ਰਹੇ ਨੇ ਕਿ ਸਿੰਪਲ ਹੋਣ, ਤੁਹਾਨੂੰ ਸਮਝ ਵੀ ਆ ਜਾਣ। ਆਦਤਾਂ ਰਿਲੇਟਡ ਜਿੱਦਾਂ ਸਾਰਾ ਨੇ ਕਿਹਾ, ਸ਼ਾਇਦ ਮੇਰਾ ਵੀ ਦਿਮਾਗ ਉੱਧਰ ਹੀ ਲੱਗਦਾ ਜ਼ਿਆਦਾ, ਮੈਂ ਟੌਪਿਕ ਵੀ ਉੱਦਾਂ ਦੇ ਹੀ ਲੱਭਦਾ ਰਹਿਣਾ। ਸੋ ਇਹ ਮੈਂ ਬੁੱਕ ਪੜ੍ਹੀ ਹੈ, ਤੁਸੀਂ ਵੀ ਪੜ੍ਹ ਸਕਦੇ ਹੋ, ਗੂਗਲ ਤੇ ਵੀ ਮਿਲ ਜਾਏਗੀ ਤੁਹਾਨੂੰ, ਪ੍ਰਿੰਸੀਪਲਸ ਟੂ ਯੂਰ ਗ੍ਰੇਟ ਸਕਸੈਸ। ਇਹ ਜਿੰਨੇ ਵੀ ਪ੍ਰਿੰਸੀਪਲ ਜ਼ਿੰਦਗੀ ਦੇ ਵਿੱਚ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਇਹੋ ਹੀ ਮੈਂ ਤੁਹਾਡੇ ਨਾਲ ਸਾਰੀ ਮੀਟਿੰਗ 'ਚ ਡਿਸਕਸ ਕਰਾਂਗਾ। ਇਹ ਤੁਹਾਨੂੰ ਇੱਕ ਉਸ ਰਸਤੇ ਤੇ ਲੈ ਜਾਣਗੇ, ਉਸ ਸਕਸੈਸ ਵੱਲ ਲੈ ਜਾਣਗੇ ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ। ਕਿਉਂਕਿ ਪ੍ਰਿੰਸੀਪਲ ਹੋਣਾ ਜ਼ਿੰਦਗੀ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਇਹਦੇ ਨਾਲ ਹਮੇਸ਼ਾ ਖੁਸ਼ ਰਹੋਗੇ। ਤੁਹਾਨੂੰ ਕਲੀਅਰ ਹੋਏਗਾ ਨਾ ਬੰਦੇ ਨੂੰ, ਮੈਂ ਫਲਾਣਾ ਅੱਜ ਦਿੱਲੀ ਜਾ ਰਿਹਾ, ਉਹਨੂੰ ਕਲੀਅਰ ਹੈ ਮੈਂ ਕਿਹੜੇ ਵਾਇਆ ਕਿੱਧਰੋਂ ਦੀ ਜਾਣਾ ਹੈ, ਮੈਂ ਕਿਹਦੇ ਤੇ ਜਾਣਾ ਹੈ, ਉਹਨੂੰ ਸਭ ਕਲੀਅਰ ਹੈ, ਉਹਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਉਹ ਹਮੇਸ਼ਾ ਪ੍ਰਿੰਸੀਪਲ ਜ਼ਿੰਦਗੀ 'ਚ ਹੋਣਗੇ, ਖੁਸ਼ ਰਹੇਗਾ, ਉਹ ਗ੍ਰੇਸਫੁਲ ਰਹੇਗਾ, ਹਮੇਸ਼ਾ ਪੋਜ਼ਿਟਿਵ ਰਹੇਗਾ, ਮੋਟੀਵੇਟਡ ਰਹੇਗਾ। ਉਹਨੂੰ ਲੋੜ ਨਹੀਂ ਮੋਟੀਵੇਸ਼ਨ, ਕਿਉਂਕਿ ਵੇਖੋ ਜੇ ਪੂਰਾ ਬੰਦੇ ਨੂੰ ਕਲੀਅਰ ਨਹੀਂ ਹੈ ਵੀ ਮੈਂ ਕਰਨਾ ਕੀ ਹੈ, ਉਹਦੇ ਜਿੰਨੇ ਮਰਜ਼ੀ ਮੋਟੀਵੇਸ਼ਨ ਰੱਖੀ ਜਾਓ, ਉਹ ਬੰਦਾ ਮੋਟੀਵੇਟ ਨਹੀਂ ਹੋਏਗਾ, ਉਹ ਐਨਰਜੈਟਿਕ ਨਹੀਂ ਹੋਏਗਾ, ਉਹ ਪਾਵਰਫੁਲ ਨਹੀਂ ਬਣ ਸਕਦਾ, ਉਹ ਬਰੇਵ ਵੀ ਨਹੀਂ ਬਣ ਸਕਦਾ, ਓਬਵੀਅਸਲੀ ਉਹ ਕਾਮਯਾਬ ਵੀ ਨਹੀਂ ਹੋਏਗਾ। ਸੋ ਪ੍ਰਿੰਸੀਪਲਸ ਬਹੁਤ ਜ਼ਿਆਦਾ ਜ਼ਰੂਰੀ ਨੇ। ਸੋ ਜਿਹੜਾ ਮੇਰਾ ਅੱਜ ਦਾ ਪਹਿਲਾ ਸਿਧਾਂਤ ਕਹਿ ਲਾਂਗਾ, ਜਿਹੜਾ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਉਹ ਹੈ ਯੂ ਆਰ ਰਿਸਪੋਂਸਿਬਲ ਫॉर ਯੂਰ ਸਕਸੈਸ। ਵੇਖੋ ਜੇ ਤੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ, ਇੱਕ ਬਹੁਤ ਵੱਡੀ ਤਰੱਕੀ, ਉਹ ਮੰਜ਼ਿਲ ਹਾਸਲ ਕਰਨਾ ਚਾਹੁੰਦੇ ਹੋ, ਤਾਂ ਜਿੰਨੇ ਵੀ ਉਹਦੇ ਮੰਤਰ ਨੇ, ਜਾਂ ਜਿੰਨੇ ਵੀ ਉਹਦੇ ਕਹਿ ਲਈਏ ਪਿਓਰ ਟੈਕਨੀਕਸ ਨੇ, ਉਹ ਤੁਹਾਡੇ ਅੰਦਰ ਹੀ ਨੇ। ਬਾਹਰ ਦੀ ਕੋਈ ਵੀ ਸੋਰਸ ਤੁਹਾਡੇ ਤੇ ਕੋਈ ਕੰਮ ਨਹੀਂ ਕਰਦਾ। ਇਹ ਤੁਸੀਂ ਹੋ ਜਿਹੜੇ, ਜੋ ਵੀ ਮੰਨ ਲਓ ਤੁਹਾਨੂੰ ਕਿਤੋਂ ਕੋਈ ਸਮਝਾਇਆ ਗਿਆ ਹੈ, ਕੋਈ ਕੰਪਨੀ ਦੀ ਕੋਈ
ਕੋਈ ਪਲਾਨ ਹੈ ਜਾਂ ਤੁਹਾਡੇ ਮੈਂਟਰ ਨੇ ਤੁਹਾਨੂੰ ਕੁਝ ਦੱਸਿਆ, ਤੁਹਾਡੀ ਅਪਲਾਈਨ ਨੇ ਕੁਝ ਦੱਸਿਆ ਹੈ, ਉਹ ਹੁਣ ਤੁਸੀਂ ਖੁਦ ਹੋ ਜਿਨ੍ਹਾਂ ਨੇ ਉਹਨੂੰ ਕਰਨਾ ਹੈ, ਰਿਸਪੌਂਸਿਬਲ ਖੁਦ ਹੋ। ਤੁਸੀਂ ਅਗਰ ਕਿਤੇ ਕੋਈ ਜਿੱਤ ਪ੍ਰਾਪਤ ਕਰਦੇ ਹੋ ਜਾਂ ਕੋਈ ਲੈਵਲ ਲੈਂਦੇ ਹੋ ਤੇ ਉਹਦੇ ਰਿਸਪੌਂਸਿਬਲ ਤੁਸੀਂ ਖੁਦ ਹੋ। ਅਗਰ ਉਹ ਕਿਸੇ ਕਾਰਨ ਤੁਹਾਡੇ ਕੋਲ ਉਹ ਤੁਸੀਂ ਡਿਸਕੁਆਲੀਫਾਈ ਹੋ ਗਏ ਹੋ, ਤੁਹਾਡੇ ਫੇਲੀਅਰ ਜ਼ਿੰਦਗੀ 'ਚ ਆ ਗਏ ਨੇ, ਤੇ ਉਹਦੇ ਵੀ ਰਿਸਪੌਂਸਿਬਲ ਤੁਸੀਂ ਖੁਦ ਹੋ। ਸੋ ਇਹ ਰਿਸਪੌਂਸਿਬਿਲਿਟੀ ਨੂੰ ਸਮਝੀਏ ਕਿ ਕਰਨਾ ਹੈ ਤੇ ਉਹ ਮੈਂ ਹੀ ਕਰਨਾ ਹੈ, ਕੋਈ ਬਾਹਰੋਂ ਕੋਈ ਹੋਰ ਨਹੀਂ ਕਰੇਗਾ। ਜਦੋਂ ਤੁਸੀਂ ਰਿਸਪੌਂਸਿਬਲ ਰਹਿੰਦੇ ਹੋ ਨਾ, ਤਾਂ ਤੁਸੀਂ ਸੋਚ ਸਕਦੇ ਹੋ ਕਿ ਮੈਂ ਕੀ ਕਰਨਾ ਹੈ ਜ਼ਿੰਦਗੀ ਦੇ ਵਿੱਚ, ਕੀ ਕਰਨਾ ਹੈ, ਮੈਂ ਅੱਜ ਹੀ ਕੀ ਕਰਨਾ ਹੈ। ਤੁਹਾਨੂੰ ਪਤਾ ਹੈਗਾ ਜ਼ਿੰਦਗੀ 'ਚ ਐਕਟ ਕਿੱਦਾਂ ਕਰਨਾ ਹੈ, ਐਕਸ਼ਨ ਕਿੱਦਾਂ ਲਿਆਉਣਾ ਜ਼ਿੰਦਗੀ ਦੇ ਵਿੱਚ। ਤੁਸੀਂ ਰਿਸਪੌਂਸਿਬਲ ਹੋ ਗਏ ਆਪਣੇ ਪਲਾਨ ਕਰਨ ਤੇ, ਤੁਹਾਨੂੰ ਪੂਰੀ ਜ਼ਿੰਦਗੀ ਦੀ ਪੂਰੀ ਹਿਸਟਰੀ ਕਹਿ ਲਈਏ, ਜੋ ਬੈਕਗਰਾਉਂਡ ਆ ਉਹ ਵੀ ਕਲੀਅਰ ਹੈ, ਤੁਹਾਨੂੰ ਆਉਣ ਵਾਲਾ ਫਿਊਚਰ ਵੀ ਕਲੀਅਰ ਹੈ, ਕਿਉਂਕਿ ਤੁਸੀਂ ਰਿਸਪੌਂਸਿਬਲ ਹੋ। ਤੁਸੀਂ ਕਿਸੇ ਹੋਰ ਨੂੰ ਆਪਣੇ ਫੇਲੀਅਰ ਤੇ ਬਲੇਮ ਨਹੀਂ ਕਰ ਸਕਦੇ। ਦੇਖੋ, ਅਗਰ ਤੁਸੀਂ ਕਾਮਯਾਬ ਹੁੰਦੇ ਹੋ, ਕਦੀ ਕਾਮਯਾਬੀ ਕਿਸੇ ਨੇ ਸ਼ੇਅਰ ਕੀਤੀ ਕਿਸੇ ਨਾਲ? ਨਹੀਂ, ਕੋਈ ਨਹੀਂ ਕਰਦਾ, ਤੇ ਨਾ ਹੀ ਫੇਲੀਅਰ ਸ਼ੇਅਰ ਕਰਦਾ ਹੈ। ਸੋ ਇਹ ਜਿਹੜੀ ਜ਼ਿੰਦਗੀ ਹੈ ਨਾ, ਇੱਕ ਛੋਟੇ ਜਿਹੇ ਕਹਿ ਲਈਏ ਕਿਸੇ ਪੌਦੇ ਦੇ ਬੀਜ ਦੀ ਤਰ੍ਹਾਂ ਹੈ। ਪਹਿਲਾਂ ਤੁਹਾਨੂੰ ਖੁਦ ਹੀ ਇਹਨੂੰ ਡੁਬਾਉਣਾ ਪੈਣਾ, ਇਹਨੂੰ ਸੋ ਕਰਨਾ ਪੈਣਾ, ਮਿੱਟੀ ਦੇ ਵਿੱਚ ਰੱਖਣਾ ਪੈਣਾ, ਇਹਨੂੰ ਪ੍ਰੋਪਰ ਵੇ ਨਾਲ ਇਹਨੂੰ ਪਾਣੀ ਦੇਣਾ ਪੈਣਾ, ਇਹਨੂੰ ਸਿੰਜਣਾ ਪੈਣਾ। ਫਿਰ ਇਹ ਬੂਟਾ ਹੌਲੀ 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 ਵੱਡਾ ਹੋਏਗਾ। ਤੁਹਾਨੂੰ ਖਿਆਲ ਵੀ ਰੱਖਣਾ ਪੈਣਾ ਖੁਦ, ਫਿਰ ਹੀ ਬਾਅਦ ਚੀਜ਼ ਤੋਂ ਫਲ ਲੈ ਸਕਦੇ ਹੋ ਤੁਸੀਂ। ਸੋ ਜਿੰਨੇ ਵੀ ਦਿਨ ਰਾਤਾਂ ਤੁਸੀਂ ਵਰਕ ਕਰਦੇ ਹੋ, ਬਾਹਰ ਨਿਕਲਦੇ ਹੋ, ਫੀਲਡ 'ਚ ਜਾਂਦੇ ਹੋ, ਰਿਸਪੌਂਸਿਬਲ ਖੁਦ ਹੋ। ਹੁਣ ਮੰਨ ਲਓ ਹੁਣ ਜਿੱਦਾਂ ਕਰੋਨਾ ਟਾਈਮ ਹੈ, ਤੁਸੀਂ ਬਾਹਰ ਨਹੀਂ ਜਾ ਰਹੇ, ਤੁਸੀਂ ਘਰੇ ਹੋ, ਜੇ ਤੁਸੀਂ ਆਪਾਂ ਨੂੰ ਗਰੋ ਨਹੀਂ ਕੀਤਾ ਤੇ ਇਹਦੇ ਰਿਸਪੌਂਸਿਬਲ ਵੀ ਤੁਸੀਂ ਖੁਦ ਹੋ। ਤੁਹਾਨੂੰ ਖੁਦ ਰਿਸਪੌਂਸਿਬਿਲਿਟੀ ਸਮਝਣੀ ਪਵੇਗੀ ਕਿ ਮੈਂ ਅਗਰ ਕਾਮਯਾਬ ਹੋਣਾ ਹੈ ਤਾਂ ਉਹ ਮੈਂ ਹੋਣਾ ਹੈ, ਕਿਸੇ ਹੋਰ ਨੇ ਨਹੀਂ ਹੋਣਾ। ਸੋ ਤੁਹਾਨੂੰ ਇੱਕ ਕਲੀਅਰ ਹੋਣਾ ਚਾਹੀਦਾ ਹੈ ਕਿ ਮੇਰੇ ਕੁਝ ਟਾਰਗੇਟ ਨੇ, ਕੁਝ ਮੇਰੇ ਟਾਸਕ ਨੇ, ਐਵਰੀਡੇ ਮੇਰੀ ਕੋਈ ਪਲਾਨਿੰਗ ਹੈ। ਇਹ ਕਲੀਅਰ ਕੱਟ ਤੁਹਾਡੇ ਪਲਾਨ ਤੁਹਾਡੇ ਹੱਥਾਂ ਦੇ ਵਿੱਚ ਹੋਣਾ ਚਾਹੀਦਾ। ਸੋ ਜਿਹੜੀ ਸਕਸੈਸ ਹੈ ਜੀ, ਉਹ ਤੁਹਾਡੇ ਬਿਲਕੁਲ ਤੁਹਾਡੇ ਉੱਤੇ ਹੀ ਡਿਪੈਂਡ ਕਰਦੀ ਹੈ। ਫੇਲੀਅਰਸ ਵੀ ਤੁਹਾਡੇ ਉੱਤੇ ਡਿਪੈਂਡ ਕਰਦੇ ਨੇ। ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਇਹ ਤੁਸੀਂ ਵੇਖਣਾ ਹੈ ਇਹਨੂੰ ਕਿਸ ਤਰੀਕੇ ਨਾਲ ਕਰਦੇ ਹੋ, ਇਸ ਨੂੰ ਕਿਸ ਪਾਸੇ ਵੱਲ ਲੈ ਕੇ ਜਾਂਦੇ ਹੋ। ਦੇਖੋ, ਤੁਸੀਂ ਇੱਕ ਗੋਲਡ ਸਮਿਥ ਦੀ ਤਰ੍ਹਾਂ ਹੋ, ਜਿਹੜਾ ਕਿ ਜਿੱਦਾਂ ਤੁਸੀਂ ਉਹ ਦੇਖਣਾ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਗਹਿਣੇ ਨੂੰ ਜਾਂ ਕਿਸੇ ਵੀ ਸੋਨੇ ਨੂੰ, ਚਾਂਦੀ ਨੂੰ ਇੱਕ ਸ਼ੇਪ ਦੇ ਦਿੰਦਾ ਹੈ। ਇਹ ਤੁਹਾਡੇ ਹੱਥ 'ਚ ਹੈ ਸਭ ਕੁਝ। ਤੁਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਡੇ ਨੂੰ, ਆਪਣੇ ਮੰਥ ਨੂੰ ਕਿੱਦਾਂ ਯੂਟੀਲਾਈਜ਼ ਕਰਨਾ ਹੈ, ਇਹਦੇ ਰਿਸਪੌਂਸਿਬਲ ਤੁਸੀਂ ਹੋ। ਮੰਨ ਲਓ ਹੁਣ ਤੁਸੀਂ ਕਿਸੇ ਕਮਰੇ 'ਚ ਬੈਠੇ ਹੋ ਜਿੱਥੇ ਹਨੇਰਾ ਹੀ ਹਨੇਰਾ ਚਾਰੇ ਤਰਫ। ਤੁਹਾਨੂੰ ਪਤਾ ਵੀ ਇਹ ਉਹ ਸਵਿਚ ਸਾਹਮਣੇ ਹੈ, ਉਹ ਲਾਈਟ ਸਾਹਮਣੇ ਹੈ, ਤੇ ਉਹ ਲਾਈਟ ਤੁਹਾਨੂੰ ਹੀ ਔਨ ਕਰਨੀ ਪੈਣੀ ਹੈ, ਕੋਈ ਬਾਹਰੋਂ ਆ ਕੇ ਔਨ ਨਹੀਂ ਕਰੇਗਾ। ਹੁਣ ਇਹ ਤੁਹਾਡੇ ਤੇ ਡਿਪੈਂਡ ਹੈ, ਤੁਸੀਂ ਰਿਸਪੌਂਸਿਬਲ ਹੋ ਕਿ ਨਹੀਂ ਹੋ। ਤੁਸੀਂ ਉਹਨੂੰ ਜਾ ਕੇ ਸਵਿਚ ਨੂੰ ਔਨ ਕਰਦੇ ਹੋ ਜਾਂ ਉਹਨੂੰ ਰਹਿਣ ਦਿੰਦੇ ਹੋ, ਇਦਾਂ ਹੀ ਹਨੇਰੇ 'ਚ ਬੈਠੇ ਰਹਿੰਦੇ ਹੋ। ਸੋ ਬੀ ਰਿਸਪੌਂਸਿਬਲ। ਜਿੰਨੇ ਵੀ ਤੁਹਾਡੇ ਫੀਲਡ 'ਚ ਪਲਾਨ ਨੇ, ਖੁਦ ਕਰੋ। ਆਪਣੀ ਅਪਲਾਈਨ ਜਾਂ ਆਪਣੇ ਕਿਸੇ ਖਾਸ ਲੀਡਰ ਦੀ ਵੇਟ 'ਚ ਨਾ ਰਹੋ। ਦੇਖੋ, ਇਹ ਜ਼ਿੰਦਗੀ ਜਿਹੜੀ ਇੱਕ ਵਾਈਟ ਪੇਪਰ ਦੀ ਤਰ੍ਹਾਂ, ਜਾਂ ਤੇ ਇਹਦੇ ਤੇ ਕੁਝ ਲਿਖ ਦਿਓ ਜਾਂ ਇਹਨੂੰ ਖਾਲੀ ਰਹਿਣ ਦਿਓ, ਜਾਂ ਫਿਰ ਉਹ ਕਈ ਵਾਰੀ ਗੁੱਸੇ ਦਾ ਪੇਜ ਪਾੜ ਕੇ ਸੁੱਟ ਦਿੰਦੇ ਆਪਾਂ, ਜਾਂ ਉਹ ਉਸ ਤਰੀਕੇ ਨਾਲ ਸੁੱਟ ਦਿਓ। ਇਹ ਤੁਹਾਡੇ ਤੇ ਹੈ। ਜਾਂ ਤੇ ਕਾਮਯਾਬੀ ਲਿਖ ਦਿਓ ਔਰ ਜਾਂ ਤੇ ਫੇਲੀਅਰ ਲਿਖ ਦਿਓ, ਕਿਉਂਕਿ ਤੁਸੀਂ ਰਿਸਪੌਂਸਿਬਲ ਹੋ ਇਸ ਤੇ। ਇੱਥੇ ਇੱਕ ਅਬਰਾਹਮ ਲਿੰਕਨ ਨੇ ਇੱਕ ਕੁਇਟਾ, ਇੱਕ ਲਾਈਨ ਬੜੀ ਮਸ਼ਹੂਰ ਹੈ ਅਬਰਾਹਮ ਲਿੰਕਨ ਦੀ, ਯੂ ਕੈਨਟ ਐਸਕੇਪ ਦ ਰਿਸਪੌਂਸਿਬਿਲਿਟੀ ਆਫ ਟੁਮਾਰੋ ਬਾਈ ਅਵੋਇਡਿੰਗ ਇਟ ਟੂਡੇ। ਕਿ ਤੁਸੀਂ ਕੱਲ ਦੀਆਂ ਜਿੰਨੀਆਂ ਵੀ ਰਿਸਪੌਂਸਿਬਿਲਿਟੀ ਤੋਂ ਭੱਜ ਨਹੀਂ ਸਕਦੇ। ਅੱਜ ਨੂੰ ਮਨਾ ਕਰਕੇ ਮੈਂ ਨਹੀਂ ਕਰਨੀ, ਮੈਂ ਨਹੀਂ ਕਰਨਾ, ਕੱਲ ਨੂੰ ਜੋ ਵੀ ਤੁਹਾਡੇ ਸਿਰ ਤੇ ਭਾਰ ਪਏਗਾ ਤੁਹਾਨੂੰ ਕਰਨਾ ਹੀ ਪੈਣਾ ਹੈ। ਉਹ ਟਾਈਮ ਕਰਵਾਵੇਗਾ। ਸੋ ਟਾਈਮ ਦੇ ਉੱਤੇ ਰਿਸਪੌਂਸਿਬਲ ਹੋਈਏ, ਆਪਣੀ ਜ਼ਿੰਮੇਵਾਰੀ ਸਮਝੀਏ ਔਰ ਸਕਸੈਸ ਦੀ ਔਰ ਵਧੀਏ। ਸੋ ਜਿਹੜਾ ਮੇਰਾ ਦੂਸਰਾ ਪੁਆਇੰਟ ਹੈ ਜੀ, ਬੜੇ ਸਿੰਪਲ ਪੁਆਇੰਟ ਨੇ। ਡੋਂਟ ਵਰੀ, ਰਿਲੈਕਸ ਹੋ ਕੇ ਨੋਟ ਡਾਊਨ ਜ਼ਰੂਰ ਕਰਿਓ, ਭਾਵੇਂ ਸਿੰਪਲ ਨੇ ਪਰ ਬੜੇ ਇਫੈਕਟਿਵ ਨੇ ਅਗਰ ਇਹਨਾਂ ਤੇ ਤੁਸੀਂ ਥੋੜਾ ਵਰਕ ਵੀ ਕਰਦੇ ਹੋ। ਜਿਹੜਾ ਦੂਸਰਾ ਪੁਆਇੰਟ ਹੈ ਜੀ, ਯੂ ਹੈਵ ਟੂ ਰੀਇਨਵੈਂਟ ਯੋਰਸੈਲਫ। ਰੀਇਨਵੈਂਟ ਤੁਸੀਂ ਸਮਝ ਗਏ ਹੋਵੋਗੇ, ਜਿੱਦਾਂ ਪਿਕ 'ਚ ਵੀ ਸ਼ੋ ਹੋ ਰਿਹਾ ਹੈ। ਦੇਖੋ ਕਿੱਦਾਂ ਇੱਕ ਸਿੰਪਲ ਆਮ ਪਰਸਨ ਨੇ ਕੋਈ ਝੋਲਾ ਜਿਹਾ ਫੜਿਆ ਹੋਣਾ ਤੇ ਦੂਸਰੇ ਸਾਈਡ ਇੱਕ ਬਿਜ਼ਨਸਮੈਨ ਬਣ ਪਿਆ। ਬੜੇ ਸਿੰਪਲ ਤਰੀਕੇ ਨਾਲ ਸਮਝਾਵਾਂਗਾ। ਰੀਇਨਵੈਂਟ, ਦੁਬਾਰਾ ਇਨਵੈਂਟ ਕਰਨਾ ਆਪਣੇ ਆਪ ਨੂੰ। ਜਿੱਦਾਂ ਪ੍ਰਗਟ ਸਰ, ਆਪਾਂ ਇੱਕ ਜਿੱਦਾਂ ਸਾਡਾ ਚੈਨਲ ਜਾਂ ਸਾਡੀ ਆਪਾਂ ਇੱਕ ਲੋਗੋ ਦਿੱਤਾ ਹੋਇਆ ਹੈ, ਰੀਬਰਥ, ਯੂਨੀਕ ਰੀਬਰਥ ਅਕੈਡਮੀ। ਰੀਬਰਥ ਦਾ ਮਤਲਬ ਹੈ ਬਰਥ ਤਾਂ ਇੱਕ ਵਾਰੀ ਹੋ ਗਿਆ ਸਾਰਿਆਂ ਦਾ, ਰੀਬਰਥ ਦੁਬਾਰਾ ਹੋਣਾ। ਸੋ ਸੇਮ ਹੀ ਰੀਇਨਵੈਂਟ, ਆਪਣੇ ਆਪ ਨੂੰ ਦੁਬਾਰਾ ਟਰਾਂਸਫਾਰਮ ਕਰਨਾ, ਆਪਣੇ ਆਪ ਨੂੰ ਜਿੱਦਾਂ ਦੇ ਵੀ ਹੈਗੇ ਚੰਗੇ ਬਣਾਉਣਾ, ਫਿਰ ਗੁੱਡ ਤੋਂ ਬੈਟਰ ਕਰਨਾ ਤੇ ਬੈਟਰ ਤੋਂ ਆਪਣੇ ਵਿੱਚੋਂ ਬੈਸਟ ਕੱਢਣਾ। ਰੀਇਨਵੈਂਟ ਦਾ ਮਤਲਬ ਹੈ ਜੀ ਆਪਣੇ ਆਪ ਨੂੰ ਪਰਫੈਕਸ਼ਨ ਦੀ ਤਰਫ ਲੈ ਕੇ ਜਾਣਾ, ਜਾਂ ਆਪਣੇ ਆਪ ਨੂੰ ਇੱਕ ਐਕਸੀਲੈਂਟ ਪਰਸਨ ਬਣਾਉਣਾ।
ਸਾਡੇ ਅੰਦਰ ਬਹੁਤ ਸਾਰੇ ਹਿਡਨ ਕੁਆਲਿਟੀਜ਼ ਨੇ, ਹਿਡਨ ਪੋਟੈਂਸ਼ੀਅਲ ਹੈ, ਉਹਨਾਂ ਨੂੰ ਬਾਹਰ ਕੱਢਣਾ, ਉਹਨਾਂ ਨੂੰ ਰੀਇਨਵੈਂਟ ਕਰਨਾ ਤੇ ਆਪਣੇ ਆਪ ਜਿਹੜਾ ਵੀ ਸਾਡਾ ਸੈਲਫ ਕੌਨਫੀਡੈਂਸ ਹੈ ਉਹਨੂੰ ਵੀ ਡਿਵੈਲਪ ਕਰਨਾ। ਜਦੋਂ ਵੀ ਤੁਸੀਂ ਆਪਣੇ ਆਪ ਨੂੰ ਰੀਇਨਵੈਂਟ ਕਰ ਲਓਗੇ ਨਾ ਕਿਸੇ ਤਰੀਕੇ ਦੇ ਨਾਲ, ਜਾਂ ਕਿਸੇ ਮੈਂਟਰ ਦੀ ਹੈਲਪ ਦੇ ਨਾਲ, ਕਿਸੇ ਟੀਮ ਦੀ ਹੈਲਪ ਦੇ ਨਾਲ, ਤਾਂ ਤੁਹਾਡੇ ਅੰਦਰ, ਤੁਹਾਨੂੰ ਪਤਾ ਹੋਏਗਾ ਤੁਹਾਡੇ ਅੰਦਰ ਕੀ ਕੀ એનર્ਜੀਜ਼ ਨੇ, ਕੀ ਕੀ ਪਾਵਰਸ ਨੇ, ਕਿੰਨੀ ਤੁਹਾਡੇ ਅੰਦਰ ਤਾਕਤ ਹੈ, ਉਹ ਕਿਹੜੇ ਸਕਿੱਲਸ ਨੇ ਜਿਹੜੇ ਪਹਿਲਾਂ ਛੁਪੇ ਸੀ, ਹੁਣ ਤੁਸੀਂ ਉਹਨਾਂ ਨੂੰ ਬਾਹਰ ਕੱਢ ਸਕਦੇ ਹੋ। ਤੁਹਾਡੇ ਟੈਲੈਂਟ ਨੇ, ਅਗਰ ਤੁਸੀਂ ਆਪਣੇ ਆਪ ਨੂੰ ਪਰਖਦੇ ਹੋ, ਆਪਣੇ ਆਪ ਨੂੰ ਦੁਬਾਰਾ ਰੀਇਨਵੈਂਟ ਕਰਦੇ ਹੋ, ਤੁਹਾਨੂੰ ਕਲੀਅਰ ਹੋਏਗਾ ਮੇਰੇ 'ਚ ਕਮਜ਼ੋਰੀਆਂ ਕੀ ਨੇ, ਮੈਂ ਕਿੱਥੋਂ ਵੀਕ ਹਾਂ, ਮੈਂ ਕਿੱਥੋਂ ਪ੍ਰੋਗਰੈਸ ਕਰਨੀ ਹੈ, ਕਿੱਥੋਂ ਉਹਨਾਂ ਨੂੰ ਡਿਵੈਲਪ ਕਰਨਾ ਹੈ। ਤੁਹਾਡੇ ਇੱਧਰ ਪੋਜ਼ਿਟਿਵ ਪੁਆਇੰਟਸ ਆ ਜਾਣਗੇ, ਤੁਹਾਨੂੰ ਕਲੀਅਰ ਹੋਏਗਾ ਮੇਰੀ ਜ਼ਿੰਦਗੀ ਦਾ ਗੋਲ ਕੀ ਹੈ। ਮੈਂ ਤੇ ਐਵੇਂ ਜ਼ਿੰਦਗੀ ਬਤੀਤ ਕਰ ਰਿਹਾ ਸੀ, ਮੇਰੇ ਸਿਸਟਮ 'ਚ ਆ ਕੇ ਦੇਖੋ, ਆਮ ਹੀ ਤੁਸੀਂ ਵੀ ਅਕਸਰ ਦੇਖਿਆ ਹੋਏਗਾ, ਹਰ ਇੱਕ ਦਾ ਲਾਈਫ ਸਟਾਈਲ ਚੇਂਜ ਹੋ ਗਿਆ। ਕਿੱਥੇ ਪਰਸਨ ਡੇਲੀ ਆਪਾਂ ਰੂਟੀਨ ਦੇ ਵਿੱਚ ਘਰੇ ਬੈਠੇ ਜਾਂ ਆਪਣੇ ਗੱਪਾਂ ਛੱਪਾਂ ਆਪਣੇ ਕੰਮਾਂ 'ਚ ਲੱਗੇ ਆ ਘਰੇਲੂ। ਮੈਂ ਨਹੀਂ, ਕੰਮ ਮਾੜਾ ਕੋਈ ਨਹੀਂ ਹੁੰਦਾ, ਉਹ ਵੀ ਕੰਮਾਂ 'ਚੋਂ ਕੰਮ ਨੇ। ਪਰ ਹੁਣ ਦੇਖੋ ਸਾਡੇ 'ਚ ਕੀ ਫਰਕ ਪਿਆ, ਆਪਾਂ ਆਪਣੇ ਨੂੰ ਰੀਇਨਵੈਂਟ ਕਰ ਰਹੇ ਹਾਂ, ਸਾਨੂੰ ਪਤਾ ਵੀ ਕਿਹੜੀ ਡਾਇਰੈਕਸ਼ਨ ਨੂੰ ਜਾਣਾ ਹੈ। ਅਸੀਂ ਰੀਇਨਵੈਂਟ ਕਰਕੇ ਆਪਣੇ ਹਿਡਨ ਟ੍ਰੈਜ਼ਰ ਨੂੰ ਬਾਹਰ ਕੱਢ ਸਕਦੇ ਹਾਂ। ਸਾਡੇ ਮਾਈਂਡ ਦੇ ਵਿੱਚ, ਕਹਿੰਦੇ ਨੇ ਮਾਈਂਡ 'ਚ ਬ੍ਰਹਿਮੰਡ ਹੈ, ਇਹਦੇ ਵਿੱਚ ਬਹੁਤ ਕੁਛ ਹੈ, ਆਪਾਂ ਇਹਨਾਂ ਨੂੰ ਬਾਹਰ ਕੱਢ ਸਕਦੇ ਹਾਂ। ਹੁਣ ਉਹ ਟਾਈਮ ਕਿਹੜਾ ਸਹੀ ਹੈ ਕਿ ਆਪਣੇ ਆਪ ਨੂੰ ਰੀਇਨਵੈਂਟ ਕਰੀਏ? ਉਹ ਟਾਈਮ ਚੱਲ ਰਿਹਾ ਹੁਣ ਦਾ, ਜਿਹੜਾ ਕਿ ਆਪਾਂ ਸਭ ਘਰੇ ਬੈਠੇ ਆ, ਕਰੋਨਾ ਕੋਵਿਡ ਦਾ ਟਾਈਮ ਹੈ। ਸਾਰੇ ਕੋਈ ਆਪਣੇ ਆਪ ਨੂੰ ਮੋਰਲੀ ਜਿਹੜਾ ਡਾਊਨ ਫੀਲ ਕਰ ਰਿਹਾ ਹੈ, ਕੋਈ ਆਪਣੇ ਆਪ ਨੂੰ ਕਮਜ਼ੋਰ ਫੀਲ ਕਰ ਰਿਹਾ ਹੈ, ਕੋਈ ਨਾ ਦਾ ਕਿਸੇ ਦਾ ਸੈਲਫ ਕੌਨਫੀਡੈਂਸ ਵੀ ਲੂਜ਼ ਹੋ ਗਿਆ, ਯਾਰ ਮੈਂ ਕਿੱਦਾਂ ਬਾਹਰ ਨਿਕਲਾਂ, ਫਲਾਣੇ ਥਾਂ ਆਹ ਰਿਪੋਰਟ ਹੈ, ਫਲਾਣੇ ਥਾਂ ਆਹ ਰਿਪੋਰਟ ਹੈ, ਕਿਉਂਕਿ ਅੱਜ ਕੱਲ੍ਹ ਅਫਵਾਹਾਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ। ਉਹ ਬੰਦਾ ਥੋੜਾ ਬਹੁਤਾ ਬੁਖਾਰ ਹੁੰਦਾ, ਇੱਕ ਵਾਰੀ ਹਸਪਤਾਲ ਚੱਲ ਜਾਂਦਾ, ਵਾਪਸ ਨਹੀਂ ਆਉਂਦਾ। ਸੋ ਇਹਨਾਂ ਚੀਜ਼ਾਂ ਨੂੰ ਨਕਾਰਦੇ ਹੋਏ ਆਪਣੇ ਆਪ ਨੂੰ ਰੀਇਨਵੈਂਟ ਕਰੀਏ, ਆਪਣਾ ਜਿਹੜਾ ਵੀ ਕੌਨਫੀਡੈਂਸ ਨੂੰ ਬਿਲਡ ਕਰੀਏ, ਆਪਣੇ ਆਪ ਨੂੰ ਕਿਤਾਬਾਂ ਪੜ੍ਹੀਏ, ਕਿਤਾਬਾਂ ਦੇ ਵਿੱਚੋਂ ਵੇਖੀਏ ਵੀ ਬੰਦੇ ਕਿੰਨੇ ਲੀਡਰ ਨੇ, ਕਿੰਨੇ ਅੱਜ ਤੱਕ ਦੇ ਜੋ ਗ੍ਰੇਟ ਸਕਸੈਸ ਜਿਨ੍ਹਾਂ ਨੇ ਲਈ ਹੈ, ਉਹਨਾਂ ਕਿੱਦਾਂ ਲਈ ਹੈ। ਆਪਣੇ ਆਪ ਨੂੰ ਕੋਸ਼ਿਸ਼ ਕਰੀਏ ਬਦਲਣ ਦੀ, ਟਾਈਮ ਦੇ ਨਾਲ ਬਦਲਣ ਦੀ। ਉਹ ਕਹਿੰਦੇ ਨੇ ਕਿ ਅਗਰ ਟਾਈਮ ਨਾਲ ਬਦਲ ਜਾਓਗੇ ਤਾਂ ਠੀਕ ਹੈ, ਅਗਰ ਟਾਈਮ ਨੇ ਤੁਹਾਨੂੰ ਬਦਲਿਆ ਤਾਂ ਬਹੁਤ ਜ਼ਿਆਦਾ ਤਕਲੀਫ ਹੋਏਗੀ। ਸੋ ਐਵਰੀਥਿੰਗ ਇਜ਼ ਵਿਦਿਨ ਯੂ, ਯੂ ਕੈਨ ਡੂ ਐਨੀਥਿੰਗ, ਨਥਿੰਗ ਇਜ਼ ਇੰਪੋਸੀਬਲ। ਆਪਣੇ ਆਪ ਨੂੰ ਬਦਲੋ, ਆਪਣੀ ਜ਼ਿੰਦਗੀ ਨੂੰ ਬਦਲੋ, ਤੇ ਸੰਸਾਰ ਤੁਹਾਡਾ ਆਲਾ ਦੁਆਲਾ ਆਪਣੇ ਆਪ ਹੀ ਬਦਲ ਜਾਏਗਾ। ਸੋ ਕੋਸ਼ਿਸ਼ ਕਰੋ ਜੀ, ਜਿੰਨੇ ਵੀ ਤੁਹਾਡੇ ਸਕਿੱਲਸ ਨੇ ਜਿਹੜੇ ਹਿਡਨ ਨੇ, ਉਹ ਕਿਸੇ ਮੈਂਟਰ ਦੀ ਹੈਲਪ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਖੁਦ ਵੀ ਕਰ ਸਕਦੇ ਹੋ। ਆਪਣੇ ਆਪ ਨੂੰ ਰੀਇਨਵੈਂਟ ਕਰੋ, ਆਪਣੇ ਜਿੰਨੇ ਵੀ ਟੈਲੈਂਟਸ ਨੇ, ਐਵਰੀ ਡੇ ਐਵਰੀ ਮੂਮੈਂਟ ਉਹਨਾਂ ਨੂੰ ਨਿਖਾਰਦੇ ਰਹੋ। then only you will get grand success in your life। ਇੱਥੇ ਸਟੀਵ ਹਾਰਵੀ ਜਿਹਨੂੰ ਮੈਂ ਫੋਲੋ ਕਰਦਾ, ਔਰ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ, ਫੋਲੋ ਜ਼ਰੂਰ ਕਰਿਆ ਕਰੋ ਕਿਸੇ ਨੂੰ, ਫਿਰ ਹੀ ਤੁਹਾਡੇ ਫੋਲੋਅਰ ਆਉਣਗੇ, ਫਿਰ ਹੀ ਤੁਹਾਨੂੰ ਕੋਈ ਫੋਲੋ ਕਰੇਗਾ। ਸੋ ਇੱਥੇ ਮੈਂ ਸਟੀਵ ਹਾਰਵੀ ਜਿਹਨੂੰ ਮੈਂ ਫੋਲੋ ਕਰਦਾ, ਮੈਂ ਉਹਨਾਂ ਦੀ ਇੱਕ ਲਾਈਨ ਇੱਕ ਦੋ ਸ਼ੇਅਰ ਕਰਾਂਗਾ ਤੁਹਾਡੇ ਨਾਲ। ਐਵਰੀ ਡੇ ਇਜ਼ ਅ ਚਾਂਸ ਟੂ ਰੀਇਨਵੈਂਟ ਯੂਅਰਸੈਲਫ ਐਂਡ ਬਿਕਮ ਬ੍ਰਾਂਡ ਨਿਊ। ਦੇਖੋ, ਹਰ ਦਿਨ ਤੁਹਾਨੂੰ ਕੋਈ ਨਾ ਕੋਈ ਚਾਂਸ ਮਿਲਦਾ ਹੈ ਜੀ ਕਿ ਤੁਸੀਂ ਆਪਣੇ ਆਪ ਨੂੰ ਰੀਇਨਵੈਂਟ ਕਰ ਸਕੋ, ਤੇ ਇੱਕ ਹਰ ਰੋਜ਼ ਬ੍ਰਾਂਡ ਨਿਊ ਬਣੋ, ਨਵੇਂ ਪਰਸਨ ਬਣੋ, ਹਰ ਰੋਜ਼ ਕੁਛ ਨਾ ਕੁਛ ਸਿੱਖਦੇ ਰਹੋ। ਜਿੱਦਾਂ ਕੱਲ ਮਨਦੀਪ ਸਰ ਨੇ ਵੀ ਕਿਹਾ ਸੀ, ਲਰਨਿੰਗ, ਸਾਨੂੰ ਹਮੇਸ਼ਾ ਲਰਨਿੰਗ ਮੋਡ 'ਚ ਰਹਿਣਾ ਚਾਹੀਦਾ, ਹਮੇਸ਼ਾ ਹੀ, ਕਿਉਂਕਿ ਇੱਕ ਲੀਡਰ, ਅਸਲੀ ਲੀਡਰ ਹੀ ਉਹ ਹੈ ਜਿਹੜਾ ਹਮੇਸ਼ਾ ਲਰਨਿੰਗ ਮੋਡ 'ਚ ਰਵੇ, ਕਿਤੋਂ ਵੀ ਸਿੱਖਦਾ ਰਵੇ, ਆਪਣੇ ਆਪ ਨੂੰ ਰੀਇਨਵੈਂਟ ਕਰਦਾ ਰਵੇ, ਕਿ ਜਿੱਥੇ ਮੈਂ ਗਲਤ ਹਾਂ ਉੱਥੋਂ ਆਪਣੇ ਆਪ ਨੂੰ ਸਹੀ ਕਰਦਾ ਰਵਾਂ। ਸੋ ਯੂ ਆਰ ਨੈਵਰ ਟੂ ਓਲਡ ਟੂ ਰੀਇਨਵੈਂਟ ਯੂਅਰਸੈਲਫ। ਇਹ ਸਟੀਵ ਹਾਰਵੀ ਦੀਆਂ ਲਾਈਨਾਂ ਸੀ ਕਿ ਤੁਸੀਂ ਕਦੇ ਵੀ ਉਹਨੇ ਬੁੱਢੇ ਨਹੀਂ ਹੁੰਦੇ ਕਿ ਆਪਣੇ ਆਪ ਨੂੰ ਰੀਇਨਵੈਂਟ। ਕਈ ਵਾਰੀ ਕਹਿੰਦੇ ਨੇ ਬਸ ਯਾਰ ਹੁਣ ਮੈਂ ਕੀ ਬਦਲਣਾ, ਹੁਣ ਤਾਂ ਉਮਰ ਹੋ ਗਈ। ਜੇ ਇਹੋ ਪੁਨਾਨੀ ਸਰ ਨੇ ਸੋਚਿਆ ਹੁੰਦਾ ਸ਼ਾਇਦ, ਤੇ ਆਪਾਂ ਸਾਰੇ ਇਦਾਂ ਨਾ ਇਕੱਠੇ ਹੁੰਦੇ, ਸ਼ਾਇਦ ਮਾਹੌਲ ਕੁਝ ਹੋਰ ਹੁੰਦਾ। ਸੋ ਕਦੇ ਵੀ ਪਿੱਛੇ ਨਾ ਪਵੋ, ਢਿੱਲੇ ਨਾ ਪਵੋ, ਆਪਣੇ ਆਪ ਨੂੰ ਰੀਇਨਵੈਂਟ ਕਰੋ। ਸੋ ਨੈਕਸਟ ਸਲਾਈਡ ਤੇ ਚੱਲਦੇ ਹਾਂ ਜੀ। ਬੜਾ ਸਿੰਪਲ ਹੈ, ਹਰ ਵਾਰੀ ਗੱਲ ਕਰਦੇ ਹਾਂ, ਦੇयर इज नो ਐਕਸ਼ਨ, देयर इज नो ਪ੍ਰੋਗਰੈਸ। ਐਕਸ਼ਨ ਨਹੀਂ ਹੋਣਾ ਤੇ ਪ੍ਰੋਗਰੈਸ ਨਹੀਂ ਹੋਣੀ। ਇੱਥੇ ਮੈਂ ਗੱਲ ਕਰਾਂਗਾ ਨਿਊਟਨ ਦਾ ਜੋ ਥਰਡ ਲਾ, ਸਾਰੇ ਜਾਣਦੇ ਆ, ਜਿਹੜਾ ਕਿ ਐਕਸ਼ਨ ਦੇ ਉੱਤੇ ਹੀ ਹੈ। ਫॉर एवरी ਐਕਸ਼ਨ देयर इज एन इक्वल एंड ओपोजिट रिएक्शन। ਜਦੋਂ ਵੀ ਕੋਈ ਐਕਸ਼ਨ ਹੁੰਦਾ, ਜੋ ਉਹਦੇ ਬਰਾਬਰ ਦੀ, ਉਹਦੇ ਬਿਲਕੁਲ ਓਪੋजिट ਰਿਐਕਸ਼ਨ ਵੀ ਹੁੰਦੀ ਹੈ। ਸੋ ਇਹ ਚੀਜ਼ ਕਲੀਅਰ ਸਮਝ ਲਈਏ ਕਿ ਕੋਈ ਐਕਸ਼ਨ ਨਹੀਂ ਹੋਣਾ ਤੇ ਕੋਈ ਪ੍ਰੋਗਰੈਸ ਨਹੀਂ ਹੋਣੀ। ਅਗਰ ਪ੍ਰੋਗਰੈਸ ਨਹੀਂ ਹੋ ਰਹੀ ਤਾਂ ਸਕਸੈਸ ਨਹੀਂ ਹੋਣੀ। ਤੋ ਜਿੱਦਾਂ ਅੱਜ ਕੱਲ੍ਹ ਸਾਡੇ ਪਲਾਨ ਤਕਰੀਬਨ ਕੁਛ ਮਿਹਨਤੀ ਲੋਕ ਜੋ ਬੜੇ ਫਿਰ ਵੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾਵ ਰੱਖ ਕੇ, ਜੋ ਵੀ ਪ੍ਰੀਕਾਸ਼ਨ ਹੈ ਉਹ ਕਰਕੇ ਫੀਲਡ 'ਚ ਉਤਰ ਰਹੇ ਨੇ, ਉਹ ਫੀਲਡ ਵੀ ਕਰ ਰਹੇ ਨੇ, ਉਹ ਐਕਸ਼ਨ ਕਰ ਰਹੇ ਨੇ, ਉਹਨਾਂ ਦੀ ਪ੍ਰੋਗਰੈਸ ਵੀ ਹੋ ਰਹੀ ਹੈ ਤੇ ਸਕਸੈਸ ਵੀ ਜ਼ਰੂਰ ਹੋਏਗੀ ਉਹਨਾਂ। ਸੋ ਵਿਦਆਊਟ ਐਕਸ਼ਨ, ਤੁਸੀਂ ਵੇਖੋ, ਅਗਰ ਸਰੀਰ ਹੀ ਤੁਹਾਡਾ ਕੋਈ ਐਕਸ਼ਨ ਨਹੀਂ ਕਰਦਾ ਤੇ ਤੁਸੀਂ ਸੋਚ ਨਹੀਂ ਸਕਦੇ। ਘਰੇ ਬੈਠੇ ਰਹੋਗੇ ਤੇ ਕੀ ਸੋਚੋਗੇ ਵੱਧ ਤੋਂ ਵੱਧ? ਅਗਰ ਆਪਣੇ ਆਪ ਨੂੰ ਰੀਇਨਵੈਂਟ ਨਹੀਂ ਕੀਤਾ, ਕੋਈ ਐਕਸ਼ਨ ਮੋਡ 'ਚ ਨਹੀਂ ਲਿਆਂਦਾ, ਤੇ ਕੀ ਸੋਚੋਗੇ? ਵੱਧ ਤੋਂ ਵੱਧ ਉਹੀ ਸੇਮ
ਘਰ ਦੀਆਂ ਗੱਲਾਂ ਦੇ ਵਿੱਚ ਹੀ ਲੱਗੇ ਰਹੋਗੇ, ਉਹ ਟੀਵੀ ਦੇਖ ਲਿਆ, ਉਹੀ ਤਾਰਕ ਮਹਿਤਾ ਦੇਖ ਲਿਆ, ਬਸ ਜ਼ਿੰਦਗੀ ਪੂਰਾ ਦਿਨ ਹੀ ਲੰਘ ਗਿਆ। ਅਗਰ ਐਕਸ਼ਨ ਮੋਡ 'ਚ ਨਹੀਂ ਹੋ ਤਾਂ ਤੁਸੀਂ ਕੁਛ ਸਹੀ ਵੀ ਦੇਖ ਨਹੀਂ ਸਕਦੇ। ਜੇ ਐਕਸ਼ਨ ਮੋਡ 'ਚ ਨਹੀਂ ਤਾਂ ਕੁਛ ਤੁਹਾਨੂੰ ਅੱਛੀ ਸਮੈਲ ਵੀ, ਸੁਗੰਧ ਵੀ ਨਹੀਂ ਆ ਸਕਦੀ। ਤੁਹਾਡੀ ਜੀਭ ਦਾ ਟੇਸਟ ਵੀ ਬਦਲ ਜਾਏਗਾ, ਕਿਉਂਕਿ ਸਰੀਰ ਐਕਸ਼ਨ ਮੋਡ 'ਚ ਨਹੀਂ ਹੈ। ਤੁਸੀਂ ਵੇਖੋਗੇ ਸਰੀਰ ਚੱਲਦਾ ਹੈ ਤਾਂ ਹੀ ਸੋਹਣਾ ਲੱਗਦਾ ਹੈ, ਅਗਰ ਸਰੀਰ ਬੈੱਡ ਤੇ ਪਿਆ ਬੇਜਾਨ ਹੈ ਤਾਂ ਉਹ ਚੰਗਾ ਨਹੀਂ ਲੱਗਦਾ। ਸੋ ਆਪਣੇ ਆਪ ਨੂੰ ਐਕਸ਼ਨ ਮੋਡ 'ਚ ਲਿਆਈਏ। ਐਕਸ਼ਨ ਹੀ ਤੁਹਾਡੀ ਜ਼ਿੰਦਗੀ ਹੈ। ਐਕਸ਼ਨ ਦਾ ਮਤਲਬ ਹੈ ਉਹ એનર્ਜੀ, ਉਹ ਪਾਵਰ, ਉਹ ਸਟਰੈਂਥ ਜਿਹੜੀ ਤੁਹਾਡੇ ਅੰਦਰ ਲੁਕੀ ਪਈ ਹੈ, ਜਿਹਨੂੰ ਆਪਾਂ ਵਰਤੇ ਨਹੀਂ ਅੱਜ ਤੱਕ ਕਿਤੇ, ਸਹੀ ਟਿਕਾਣੇ ਤੇ ਨਹੀਂ ਲਗਾਇਆ। ਦਿਮਾਗ ਸਭ ਕੋਲ ਹੈ, ਜੰਮਦੇ ਹੀ ਦਿਮਾਗ ਸਾਰਿਆਂ ਦੇ ਕੋਲ ਹੈ, ਪਰ ਉਹ ਤੋਂ ਸੋਚਿਆ ਕੀ, ਉਹ ਤੋਂ ਕੀਤਾ ਕੀ, ਕਿਹੜੀਆਂ ਚੀਜ਼ਾਂ ਗੇਨ ਕੀਤੀਆਂ ਤੇ ਕਿਹੜੀਆਂ ਚੀਜ਼ਾਂ ਵੰਡੀਆਂ। ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਦਿਮਾਗ ਇੱਕ ਬ੍ਰਹਿਮੰਡ ਹੈ, ਇਹਦੇ ਵਿੱਚ ਬਹੁਤ ਕੁਝ ਸਮਾ ਸਕਦਾ ਹੈ, ਪਰ ਉਹ ਅੰਦਰ ਹੀ ਸਮਾਇਆ ਰਿਹਾ ਤਾਂ ਉਹਦਾ ਫਾਇਦਾ ਕੀ। ਸੋ ਵੇਅਰ ਦੇयर ਇਜ਼ ਐਕਸ਼ਨ ਦੇयर ਇਜ਼ ਅ ਪ੍ਰੋਗਰੈਸ ਐਂਡ ਦੇयर ਇਜ਼ ਅ ਸਕਸੈਸ ਇਨ ਯੂਰ ਲਾਈਫ। ਇੱਥੇ ਜਿਹੜੀ ਫੋਟੋ ਤੁਸੀਂ ਪਿਕ ਵੀ ਦੇਖ ਰਹੇ ਹੋ, ਪਾਬਲੋ ਪਿਕਾਸੋ, ਸਾਰੇ ਜਾਣਦੇ ਨੇ, ਦੱਸਣ ਦੀ ਲੋੜ ਨਹੀਂ। ਉਹਨਾਂ ਦੀ ਲਾਈਨ ਵੀ ਕਲੀਅਰ ਹੀ ਉੱਤੇ ਲਿਖੀ ਹੋਈ ਹੈ, ਐਕਸ਼ਨ ਇਜ਼ ਦਾ ਫਾਊਂਡੇਸ਼ਨਲ ਕੀ ਟੂ ਆਲ ਸਕਸੈਸ। ਐਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਅਗਰ ਤੁਸੀਂ ਕਿਸੇ ਵੀ ਪ੍ਰਕਾਰ ਦੀ, ਜਿੰਨੀਆਂ ਵੀ ਸਕਸੈਸ ਲੋਕਾਂ ਨੇ ਲਈਆਂ ਨੇ, ਐਕਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਜ਼ਿੰਦਗੀ 'ਚ ਐਕਸ਼ਨ ਕਰੀਏ ਤਾਂ ਹੀ ਪ੍ਰੋਗਰੈਸ ਆਏਗੀ। ਡਰੀਏ ਨਾ। ਮਾਹੌਲ ਜ਼ਰੂਰ ਮੈਂ ਕਹਿੰਦਾ ਵੀ ਇਦਾਂ ਦੇ ਨਹੀਂ ਕਿ ਆਪਾਂ ਬੜੀ ਓਪਨਲੀ ਫੀਲ ਕਰੀਏ, ਪਰ ਹੁਣ ਹਾਲਾਤ ਬਿਹਤਰ ਹੋ ਰਹੇ ਨੇ, ਅਰਦਾਸ ਕਰੋ ਕਿ ਹੋਰ ਜ਼ਿਆਦਾ ਬਿਹਤਰ ਹੋਣ। ਸੋ ਅਗਲੇ ਪੁਆਇੰਟ ਤੇ ਚੱਲਦੇ ਹਾਂ ਜੀ। ਪਰਸਿਸਟੈਂਸ ਗਾਈਡਸ ਯੂ ਟੂ ਵਿਨ। ਜਿੱਦਾਂ ਫੋਟੋ 'ਚ ਕਲੀਅਰ ਹੈ, ਇਹਦਾ ਮਤਲਬ ਵੀ ਤੁਹਾਨੂੰ ਸਮਝ ਲਾਏਗਾ। ਦ੍ਰਿੜਤਾ। ਇੰਪੋਰਟੈਂਸ ਵੇਖੋ ਕੀ ਹੈ ਕਿ ਇੱਕ ਸੜਕ ਦੇ ਵਿੱਚੋਂ ਵੀ ਕੋਈ ਨਾ ਕੋਈ ਬੂਟਾ ਤੁਸੀਂ ਆਮ ਹੀ ਦੇਖਿਆ ਹੋਏਗਾ ਬਾਹਰ ਨਿਕਲ ਆਉਂਦਾ ਹੈ, ਕਈ ਕੰਧਾਂ ਦੇ ਵਿੱਚੋਂ ਕੋਈ ਬੂਟੇ ਨਿਕਲ ਆਉਂਦੇ ਨੇ। ਇਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲ ਨੇ, ਪਰ ਇਹਨਾਂ ਨੂੰ ਆਪਣੇ ਤੇ ਲਵਾਂਗੇ। Your life is like a race. If you want to win the race of your life, then you have to work hard with persistence. ਵੇਖੋ ਜ਼ਿੰਦਗੀ ਇੱਕ ਰੇਸ ਦੀ ਤਰ੍ਹਾਂ। ਅਗਰ ਤੈਨੂੰ ਤੁਸੀਂ ਇਹਨੂੰ ਜਿੱਤਣਾ ਚਾਹੁੰਦੇ ਹੋ, ਇਹਨੂੰ ਵਧੀਆ ਢੰਗ ਨਾਲ ਜੀਣਾ ਚਾਹੁੰਦੇ ਹੋ, ਤੇ ਤੁਹਾਨੂੰ ਮਿਹਨਤ ਤੇ ਕਰਨੀ ਪਏਗੀ, ਪਰ ਦ੍ਰਿੜ ਹੋ ਕੇ ਕਰਨੀ ਪਏਗੀ, ਦ੍ਰਿੜਤਾ ਦੇ ਨਾਲ ਕਰਨੀ ਪਏਗੀ। ਕਿਉਂਕਿ ਦ੍ਰਿੜਤਾ ਹੀ ਇੱਕ ਇਹੋ ਜਿਹੀ ਚਾਬੀ ਹੈ, ਇਹੋ ਜਿਹਾ ਕੀ ਫੈਕਟਰ ਹੈ ਜਿਹੜਾ ਤੁਹਾਨੂੰ ਉਸ ਮੁਕਾਮ ਤੇ ਲੈ ਜਾਏਗਾ ਜਿਹੜਾ ਤੁਸੀਂ ਕਦੀ ਸੋਚਿਆ, ਜਿਹੜਾ ਕਦੀ ਤੁਸੀਂ ਡ੍ਰੀਮ ਲਿਆ ਹੈ। ਕਿਉਂਕਿ ਇਹ ਦ੍ਰਿੜਤਾ ਅਗਰ ਤੁਹਾਡੇ ਅੰਦਰ ਹੈ, ਇਹ ਤੁਹਾਨੂੰ ਜਿਹੜਾ ਪੁਆਇੰਟ ਹੈ ਨਾ, ਉਹਦੇ ਆਲੇ ਦੁਆਲੇ ਹੀ ਰੱਖੇਗੀ। ਜਿਹੜਾ ਪੁਆਇੰਟ ਤੁਸੀਂ ਸੋਚਿਆ, ਜਿਹੜੇ ਤੁਸੀਂ ਗੋਲ ਡਿਸਾਈਡ ਕੀਤੇ ਆ, ਕਾਪੀ ਤੇ ਰੋਜ਼ ਤੁਸੀਂ ਨੋਟ ਡਾਊਨ ਕਰਦੇ ਹੋ, ਆਪਣੇ ਗੋਲ ਪ੍ਰੈਕਟਿਸ ਕਰਦੇ ਹੋ, ਪਰ ਅਗਰ ਤੁਹਾਡੇ ਅੰਦਰ ਦ੍ਰਿੜ ਵਿਸ਼ਵਾਸ ਨਹੀਂ ਹੈ, ਉਹਨੂੰ ਕਰਨ ਦਾ ਜਜ਼ਬਾ ਨਹੀਂ ਹੈ, ਤਾਂ ਉਹ ਕਾਪੀ ਤੇ ਹੀ ਰਹਿ ਜਾਣਗੇ। ਸੋ ਆਪਾਂ ਆਪਣੇ ਅੰਦਰ ਦ੍ਰਿੜਤਾ ਲਿਆਈਏ, ਆਪਣੇ ਆਪ ਨੂੰ ਇੰਨੇ ਕਾਬਿਲ ਕਰੀਏ, ਇੰਨੀ એનર્ਜੀ ਆਪਣੇ ਅੰਦਰ ਭਰੀਏ ਕਿ ਹਰ ਕੰਮ ਨੂੰ ਦ੍ਰਿੜਤਾ ਦੇ ਨਾਲ ਕਰੀਏ ਤੇ ਕਾਮਯਾਬੀ ਸਾਡੀ ਹੀ ਹੋਵੇਗੀ। ਸੋ ਇੱਥੇ ਨੈਪੋਲੀਅਨ ਹਿਲ ਦੀ ਇੱਕ ਲਾਈਨ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਪਰਸਿਸਟੈਂਟ ਇਜ਼ ਟੂ ਦਾ ਕਰੈਕਟਰ ਆਫ ਮੈਨ ਐਜ਼ ਕਾਰਬਨ ਇਜ਼ ਟੂ ਸਟੀਲ। ਆਂਦੇ ਨੇ ਜਿਹੜੀ ਦ੍ਰਿੜਤਾ ਹੈ ਨਾ, ਇਹ ਪਰਸਿਸਟੈਂਸ ਹੈ ਨਾ, ਇੱਕ ਬੰਦੇ ਦਾ ਅਜਿਹਾ ਕਰੈਕਟਰ ਹੈ ਜਿੱਦਾਂ ਜਿਹੜੀ ਸਟੀਲ ਹੈ ਨਾ, ਅਗਰ ਸਟੀਲ ਦੀ ਤੁਸੀਂ ਫਾਰਮੇਸ਼ਨ ਦੇਖੋਗੇ, ਇਹ ਕਾਰਬਨ ਤੋਂ ਬਗੈਰ ਕਿਸੇ ਕੰਮ ਦੀ ਨਹੀਂ। ਇਹ ਕਾਰਬਨ ਬਹੁਤ ਜ਼ਿਆਦਾ ਜ਼ਰੂਰੀ ਹੈ ਸਟੀਲ ਨੂੰ ਬਣਾਉਣ ਦੇ ਵਿੱਚ। ਸੋ ਉਸੇ ਪ੍ਰਕਾਰ ਸੇਮ ਹੀ ਇੱਕ ਆਦਮੀ, ਇੱਕ ਇਨਸਾਨ ਨੇ ਅਗਰ ਜ਼ਿੰਦਗੀ 'ਚ ਜੀਣਾ ਹੈ ਨਾ, ਜੀਂਦੇ ਸਾਰੇ ਨੇ, ਹਰ ਕੋਈ ਜੀ ਰਿਹਾ, ਪਰ ਵਧੀਆ ਢੰਗ ਨਾਲ ਉਹ ਕਾਮਯਾਬੀ ਲਈ ਜੀਣਾ, ਕਿਸੇ ਕਹਿ ਲਈਏ ਪਾਰਟਿਕੂਲਰ ਗੋਲ ਲਈ ਜੀਣਾ ਕਿ ਮੈਂ ਕਾਮਯਾਬ ਹੋਣਾ ਹੈ, ਉਹ ਲਈ ਦ੍ਰਿੜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸਾਰੇ ਆਪਾਂ ਦ੍ਰਿੜ ਹੋਈਏ, ਦ੍ਰਿੜਤਾ ਵਿਖਾਈਏ, ਪਰਸਿਸਟੈਂਸ ਨੂੰ ਮੰਨੀਏ, ਇਹ ਚੀਜ਼ ਕੀ ਹੈ, ਸੋ ਇਹ ਤੇ ਆਪਾਂ ਕਰੀਏ। ਸੋ ਨੈਕਸਟ ਪੁਆਇੰਟ ਹੈ ਆਪਣਾ, ਫੋਕਸ ਇਜ਼ ਐਵਰੀਥਿੰਗ। ਪਿਕ 'ਚ ਵੇਖੋ, ਤੁਹਾਨੂੰ ਪਹਿਲੀ ਨਜ਼ਰ ਤਾਂ ਸ਼ਾਇਦ ਮੈਂ ਕੋਸ਼ਿਸ਼ ਕੀਤੀ ਸੀ ਵੀ ਤੁਹਾਨੂੰ ਨਹੀਂ ਦਿਖੇਗਾ, ਪਰ ਫਿਰ ਵੀ ਤੁਹਾਨੂੰ ਫੋਕਸ ਕਰਨਾ ਪਏਗਾ ਤੇ ਫਿਰ ਤੁਹਾਨੂੰ ਫੋਕਸ ਬਹੁਤ ਵਧੀਆ ਕਲੀਅਰਲੀ ਨਜ਼ਰ ਆਏਗਾ। ਔਰ ਇੱਕ ਦੋ ਲਾਈਨ ਵੀ ਉਤਲੀ ਥੋੜੀ ਤੁਹਾਨੂੰ ਕਲੀਅਰ ਹੋਏਗੀ ਜੇ ਪਿਕ 'ਚ ਤੁਸੀਂ ਦੇਖ ਰਹੇ ਹੋ। ਦੇਖੋ ਜੀ, ਫੋਕਸ ਐਵਰੀਥਿੰਗ ਹੈ। ਫੋਕਸ ਜ਼ਰੂਰੀ ਨਹੀਂ ਕਿ ਸਾਡੀ ਇਕੱਲੇ ਨੈਟਵਰਕਿੰਗ 'ਚ ਹੀ ਆਉਂਦਾ, ਫੋਕਸ ਹਰ ਥਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਸਾਡੀਆਂ 6 ਦੀਆਂ 6 ਇੰਦਰੀਆਂ ਕਹਿ ਲਈਏ, 6 ਸੈਂਸ ਨੇ, ਜਦੋਂ ਇੱਕ ਹੀ ਪੁਆਇੰਟ ਤੇ, ਇੱਕ ਸੈਂਟਰ ਪੁਆਇੰਟ ਤੇ ਵਰਕ ਕਰਦੀਆਂ ਨੇ, ਕੰਸਨਟਰੇਟ ਕਰਦੀਆਂ, ਉਹਨੂੰ ਆਪਾਂ ਫੋਕਸ ਕਹਿੰਦੇ ਆ ਜੀ। ਸੋ ਜਿੱਦਾਂ ਮੈਂ ਕਿਹਾ ਕਿ ਫੋਕਸ ਹਰ ਫੀਲਡ ਦੇ ਵਿੱਚ ਕੰਮ ਆਉਂਦਾ, ਚਾਹੇ ਤੁਸੀਂ ਫਾਰਮਰ ਹੋ, ਫਾਰਮਰ ਨੇ ਅਗਰ ਫੋਕਸ ਕਰਕੇ ਅੱਛੇ ਤਰੀਕੇ ਨਾਲ ਖੇਤੀ ਨਹੀਂ ਕੀਤੀ ਤਾਂ ਉਹ ਅੱਛਾ ਰਿਜ਼ਲਟ ਨਹੀਂ ਪਾਏਗਾ। ਸਟੂਡੈਂਟ ਹੈ, ਅਗਰ ਉਹ ਫੋਕਸ ਕਰਕੇ ਪੜ੍ਹਿਆ ਨਹੀਂ, ਉਹਨੂੰ ਕਲੀਅਰ ਹੀ ਨਹੀਂ ਕਿ ਮੈਂ ਕੀ ਕਰਨਾ ਹੈ, ਮੇਰੇ ਐਗਜ਼ਾਮ ਦੇ ਵਿੱਚ ਆਹ ਕੁਐਸਚਨ ਆਉਣੇ ਆ, ਮੈਂ ਉਹਨਾਂ ਦੀ ਪ੍ਰੈਪਰੇਸ਼ਨ ਕਰਨੀ ਹੈ, ਉਹ ਫੋਕਸ ਹੋ ਕੇ ਪੜ੍ਹੇਗਾ ਤੇ ਉਹ ਬਿਲਕੁਲ ਪੂਰੇ ਨੰਬਰ ਲਏਗਾ। ਬਿਜ਼ਨਸਮੈਨ ਲੈ ਲਈਏ, ਕੋਈ ਸਾਇੰਟਿਸਟ ਲੈ ਲਈਏ, ਸਪੋਰਟਸਮੈਨ ਲੈ ਲਈਏ, ਸਿੰਗਰ ਲੈ ਲਈਏ, ਕੰਪੋਜ਼ਰ ਲੈ ਲਈਏ, ਕੋਈ ਐਕਟਰ ਲੈ ਲਈਏ, ਐਕਟਰ ਵੀ ਦੇਖੋ, ਐਕਟਰ ਅਗਰ ਫੋਕਸ ਨਹੀਂ ਨਾ ਉਹਦੀ ਐਕਟਿੰਗ ਦੇ ਉੱਤੇ, ਕੌਣ ਦੇਖਦਾ। ਸੋ ਫੋਕਸ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਆਪਣੇ ਮਾਈਂਡ ਨੂੰ ਫੋਕਸ ਕਰੋ, ਆਪਣੀ ਬੋਡੀ ਨੂੰ ਫੋਕਸ ਕਰੋ, ਆਪਣੀ ਸੋਲ ਨੂੰ ਫੋਕਸ ਕਰੋ। ਫੋਕਸ ਕਿੱਥੇ ਕਰਨਾ ਹੈ? ਫੋਕਸ ਕਰਨਾ ਹੈ ਤੁਸੀਂ ਆਪਣੇ ਗੋਲ ਦੇ ਉੱਤੇ,
ਉਹ ਗੋਲ ਤੁਹਾਡੀ ਜ਼ਿੰਦਗੀ 'ਚ ਕੋਈ ਵੀ ਹੋ ਸਕਦਾ, ਜਿਹੜਾ ਵੀ ਤੁਸੀਂ ਆਪਣੇ ਡਿਫਾਈਨ ਕੀਤਾ, ਮੈਂ ਇਦਾਂ ਦਾ ਬਣਨਾ ਹੈ, ਮੈਂ ਆਪਣੀ ਫੈਮਿਲੀ ਲਈ ਆਹ ਕਰਨਾ ਹੈ, ਮੈਂ ਆਪਣੇ ਬੱਚਿਆਂ ਲਈ ਆਹ ਕਰਨਾ ਹੈ, ਜਾਂ ਮੇਰੀ ਜ਼ਿੰਦਗੀ ਇਦਾਂ ਦੀ ਹੋਣੀ ਚਾਹੀਦੀ ਹੈ। ਸੋ ਉੱਤੇ ਫੋਕਸ ਕਰੀਏ। ਜਿੰਨੀਆਂ ਵੀ ਹੋਰ ਅੜਚਣਾਂ ਆਉਂਦੀਆਂ ਨੇ ਉਹਨਾਂ ਨੂੰ ਭੁੱਲ ਜਾਈਏ, ਕਿਉਂਕਿ ਅਗਰ ਤੁਹਾਡਾ ਫੋਕਸ ਹੈ ਨਾ, ਫਿਰ ਜੋ ਮਰਜ਼ੀ ਹੋ ਜਾਏ ਤੁਸੀਂ ਪਿੱਛੇ ਨਹੀਂ ਹਟ ਸਕਦੇ, ਤੁਸੀਂ ਉਹ ਕਰੋਗੇ ਹੀ ਕਰੋਗੇ। ਵੈਨ ਯੂ ਫੋਕਸ ਔਨ ਯੂਰ ਲਾਈਫ, ਯੂ ਵਿਲ ਬਿਕਮ ਲਾਈਕ ਦ ਰੇਜ਼ ਆਫ ਸਨ। ਦੇਖੋ, ਜਦੋਂ ਵੀ ਤੁਸੀਂ ਫੋਕਸ ਕਰਦੇ ਹੋ ਨਾ ਕਿਸੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਇੱਕ ਟਾਰਗੇਟ ਨੂੰ, ਤਾਂ ਤੁਸੀਂ ਇੱਕ ਸੂਰਜ ਦੀਆਂ ਕਿਰਨਾਂ ਦੇ ਮਾਫਿਕ ਬਣ ਜਾਂਦੇ ਹੋ, ਉਹਦੀ ਤਰ੍ਹਾਂ ਬਣ ਜਾਂਦੇ ਹੋ। ਤੋ ਜਿੰਨੇ ਵੀ ਤੁਹਾਡੇ ਰਸਤੇ ਦੇ ਵਿੱਚ ਅੜਚਣਾਂ ਆਉਣਗੀਆਂ, ਕੁਝ ਪਾਰਟੀਕਲਸ ਆਉਣਗੇ, ਤਾਂ ਉਹ ਜਿਹੜੀ ਤੁਹਾਡੀ એનર્ਜੀ ਲੈਵਲ ਹੋਏਗਾ, ਤੁਹਾਡਾ ਫੋਕਸ ਹੋਏਗਾ ਨਾ, ਉਹ ਸੂਰਜ ਦੀ ਕਿਰਨਾਂ ਵਾਂਗੂ ਉਹਨਾਂ ਨੂੰ ਜਲਾ ਕੇ ਸਾਈਡ ਤੇ ਕਰ ਦੇਗਾ, ਤੇ ਤੁਸੀਂ ਨਿਸ਼ਚਿਤ ਹੀ ਫੋਲੋ ਬਿਲਕੁਲ ਸਕਸੈਸ ਨੂੰ ਪਾਓਗੇ। ਯੂਰ ਫੋਕਸ ਇਜ਼ ਦਾ ਟਾਰਚ ਲਾਈਟ ਆਫ ਯੂਰ ਲਾਈਫ। ਵੇਖੋ, ਇਹ ਜਿਹੜਾ ਫੋਕਸ ਹੈ ਨਾ, ਇੱਕ ਕਹਿ ਲਈਏ ਟਾਰਚ ਲਾਈਟ ਹੁੰਦੀ ਹੈ। ਕਿਤੇ ਵੀ ਆਪਾਂ ਹਨੇਰੇ 'ਚ ਬੈਠੇ ਹਾਂ, ਤੇ ਅਗਰ ਉਹਨੂੰ ਲਾਈਟ ਨੂੰ ਪ੍ਰੋਪਰ ਇੱਕ ਆਬਜੈਕਟ ਦੇ ਉੱਤੇ ਮਾਰਾਂਗੇ, ਤੁਹਾਨੂੰ ਕਲੀਅਰਲੀ ਹੋਏਗਾ। ਉਸ ਦੀ ਤਰ੍ਹਾਂ ਹੈ, ਤੁਹਾਡਾ ਫੋਕਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਵਿਦਆਊਟ ਫੋਕਸ ਤੁਸੀਂ ਆਮ ਹੀ ਦੇਖੋ, ਬੜੇ ਲੋਕ ਬੈਠੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਜ਼ਿੰਦਗੀ 'ਚ ਕਰਨਾ ਕੀ ਹੈ, ਉਹਨਾਂ ਨੂੰ ਕਲੀਅਰ ਹੀ ਨਹੀਂ ਹੈ। ਸੋ ਫੋਕਸ ਬਣਾਓ ਇੱਕ ਤੇ, ਇਹੋ ਹੀ ਕੀ ਫੈਕਟਰ ਹੈ ਤੁਹਾਡੀ ਗ੍ਰੈਂਡ ਸਕਸੈਸ ਲਈ। ਸੋ ਅੱਗੇ ਫੋਲੋ ਨੂੰ, ਫੋਕਸ ਨੂੰ ਡਿਫਾਈਨ ਕੀਤਾ ਹੋਇਆ ਹੈ ਤੁਸੀਂ ਆਲਰੇਡੀ ਪਹਿਲਾਂ ਵੀ ਬੜੀ ਵਾਰੀ ਇਹ ਸੁਣਿਆ। ਫੋਲੋ, ਐਫ ਤੋਂ ਫੋਲੋ, O ਤੋਂ 1, C ਤੋਂ ਕੋਰਸ, U ਤੋਂ ਅੰਟਿਲ, S ਸਕਸੈਸ। ਜੇ ਸਾਰਾ ਕੰਬਾਈਨ ਕਰਕੇ ਪੜਾਂਗਾ ਤਾਂ ਬੜਾ ਵਧੀਆ ਸਮਝ ਆਏਗਾ। ਫੋਲੋ 1 ਕੋਰਸ ਅੰਟਿਲ ਸਕਸੈਸ। ਘੱਟੋ ਘੱਟ ਇੱਕ ਕੋਰਸ ਨੂੰ ਫੋਲੋ ਕਰੋ ਉਹਨਾਂ ਚਿਰ ਜਦੋਂ ਤੱਕ ਤੁਸੀਂ ਕਾਮਯਾਬ ਨਹੀਂ ਹੁੰਦੇ। ਇਹੀ ਫੋਕਸ ਦੀ ਡੈਫੀਨੇਸ਼ਨ ਹੈ, ਤੇ ਆਪਾਂ ਸਾਰਿਆਂ ਨੇ ਇਸੇ ਫੋਕਸ ਦੇ ਉੱਤੇ ਹੀ ਵਰਕ ਕਰਨਾ ਹੈ। ਸੋ ਨੈਕਸਟ ਪੁਆਇੰਟ ਤੇ ਚੱਲਦੇ ਹਾਂ ਜੀ, ਜਿਹੜਾ ਕਿ ਬਹੁਤ ਵਧੀਆ ਪੁਆਇੰਟ ਹੈ, ਫੇਲਿਅਰ ਇਜ਼ ਇੰਪੋਰਟੈਂਟ। ਹੁਣ ਕੁਝ ਲੋਕ ਸ਼ਾਇਦ ਜਦੋਂ ਇਹ ਸਿਸਟਮ 'ਚ ਨਹੀਂ ਆਏ, ਤੇ ਉਹਨਾਂ ਨੂੰ ਇਹ ਫੇਲਿਅਰ ਸ਼ਬਦ ਬੜਾ ਮਾੜਾ ਲੱਗਦਾ ਸੀ, ਉਹਨਾਂ ਨੂੰ ਕਲੀਅਰ ਹੀ ਨਹੀਂ ਸੀ ਕਿ ਫੇਲਿਅਰ ਦਾ ਮਹੱਤਵ ਕੀ ਹੈ। ਸੋ ਡਿਸਕਸ ਕਰਦੇ ਹਾਂ ਜੀ ਪੁਆਇੰਟ ਨੂੰ, ਫੇਲਿਅਰ ਇਜ਼ ਇੰਪੋਰਟੈਂਟ। ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਅਗਰ ਜ਼ਿੰਦਗੀ ਜੀ ਰਹੇ ਹਾਂ ਤੇ ਸਾਨੂੰ ਫੇਲਿਅਰ ਵੀ ਆਉਣੇ ਆ, ਜ਼ਰੂਰੀ ਨੇ। ਅਗਰ ਜ਼ਿੰਦਗੀ ਜੀ ਰਹੇ ਹਾਂ, ਅਸੀਂ ਜਿਉਂਦੇ ਹਾਂ, ਅਸੀਂ ਕਿਤੇ ਸਟਰਗਲ ਕਰ ਰਹੇ ਹਾਂ, ਤੇ ਸਾਨੂੰ ਕਾਮਯਾਬੀ ਵੀ ਮਿਲਣੀ ਹੈ, ਇਹ ਜ਼ਰੂਰੀ ਹੈ। ਆਪਾਂ ਇਹਨਾਂ ਨੂੰ ਡਿਨਾਈ ਨਹੀਂ ਕਰ ਸਕਦੇ। ਵੇਖੋ, ਇਸ ਸਕਸੈਸ ਤੇ ਫੇਲਿਅਰ ਇੱਕ ਸਿੱਕੇ ਦੇ ਦੋ ਪਹਿਲੂ ਨੇ, ਇਹ ਦੋਵੇਂ ਨਾਲ ਨਾਲ ਚੱਲਣੇ ਨੇ। ਸੋ ਜਦੋਂ ਵੀ ਤੁਹਾਨੂੰ ਕਿਤੇ ਛੋਟਾ ਮੋਟਾ ਫੇਲਿਅਰ ਆਵੇ, ਉਹਨੂੰ ਇੰਜੋਏ ਕਰੋ। ਅਗਰ ਤੁਹਾਨੂੰ ਸਕਸੈਸ ਵੀ ਆਉਂਦੀ, ਉਹਨੂੰ ਵੀ ਓਨਾ ਹੀ ਇੰਜੋਏ ਕਰੋ ਜਿੱਦਾਂ ਤੁਸੀਂ ਫੇਲਿਅਰ ਨੂੰ ਕੀਤਾ। ਤੁਸੀਂ ਇਹਦਾ ਆਪਣੇ ਦਿਮਾਗ ਨੂੰ ਓਪਨ ਕਰਕੇ, ਆਪਣੇ ਦਿਲ ਨੂੰ ਓਪਨ ਕਰਕੇ ਇਹਦਾ ਸਵਾਗਤ ਕਰੋ, ਫੇਲਿਅਰ ਦਾ ਵੀ। ਔਰ ਇਹਨੂੰ ਇਦਾਂ ਟਰੀਟ ਕਰੋ ਜਿੱਦਾਂ ਇਹ ਤੁਹਾਡਾ ਟੀਚਰ ਬਣ ਕੇ ਆਇਆ। ਜਿਹੜਾ ਵੀ ਕੋਈ ਫੇਲਿਅਰ ਆਉਂਦਾ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ, ਉਹ ਤੋਂ ਸਿੱਖੋ। ਆਪਣੇ ਮੈਂਟਰ ਨਾਲ ਸਲਾਹ ਕਰੋ ਕਿ ਮੈਨੂੰ ਫੇਲਿਅਰ ਆਇਆ ਏ, ਮੈਂ ਕੋਈ ਮੇਰੇ 'ਚ ਘਾਟ ਹੈ ਜਾਂ ਕਮਜ਼ੋਰੀ ਹੈ, ਮੈਂ ਕਿੱਥੋਂ ਸਿੱਖ ਸਕਦਾ, ਉਹ ਡਿਸਕਸ ਕਰੋ। ਆਪਣੇ ਆਪ ਨੂੰ ਇੰਪਰੂਵ ਕਰੋ। ਪਰ ਇੱਕ ਚੀਜ਼ ਖਾਸ ਧਿਆਨ ਰੱਖਿਓ, ਫੇਲਿਅਰ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ। ਇਹ ਨਾ ਕਹਿ ਲਓ ਰੋਣਾ ਹੈ, ਬਹਿ ਜਾਓ ਘਰੇ, ਬਹਿ ਜਾਓ, ਮੈਂ ਨਹੀਂ ਕਰ ਸਕਦਾ, ਮੈਨੂੰ ਫਲਾਣਾ ਵੀ ਮਨਾ ਕਰ ਰਿਹਾ, ਮੈਨੂੰ ਉਹ ਵੀ ਮਨਾ ਕਰ ਰਿਹਾ, ਉਹਨੂੰ ਆਹ ਕਾਮਯਾਬੀ ਨਹੀਂ ਮਿਲੀ, ਉਹਨੂੰ ਇੱਥੋਂ ਨਾਕਾਮ ਹੋਇਆ। ਨਹੀਂ, ਇਹ ਤੋਂ ਆਪਾਂ ਸਿੱਖੀਏ ਫੇਲਿਅਰ ਤੋਂ। ਕਿਉਂਕਿ ਫੇਲਿਅਰ ਤੋਂ, ਜਿੱਦਾਂ ਤੁਸੀਂ ਪਿਕ 'ਚ ਦੇਖ ਰਹੇ ਹੋ ਨਾ, ਫੇਲਿਅਰ ਤੋਂ ਕਿੱਦਾਂ ਜੰਪ ਲੈ ਕੇ ਸਕਸੈਸ ਦੀ ਤਰਫ ਜਾ ਰਿਹਾ। ਫੇਲ ਹੋਵੋਗੇ, ਫਿਰ ਹੀ ਸਕਸੈਸ ਕਰੋਗੇ, ਫਿਰ ਹੀ ਤੁਸੀਂ ਕਾਮਯਾਬ ਹੋਵੋਗੇ। ਸੋ ਇਹਨੂੰ ਇੱਕ ਲਰਨਿੰਗ ਐਕਸਪੀਰੀਅੰਸ ਦੀ ਤਰ੍ਹਾਂ ਲਈਏ, ਨਵੇਂ ਚੈਲੰਜ ਦੀ ਤਰ੍ਹਾਂ ਲਈਏ। ਕਦੀ ਇਹ ਵੀ ਗਿਵ ਅਪ ਨਾ ਕਰੀਏ, ਕੋਸ਼ਿਸ਼ ਕਰਦੇ ਰਹੀਏ। ਫੇਲਿਅਰ ਤੋਂ ਬਾਅਦ ਸਕਸੈਸ ਜ਼ਰੂਰੀ ਹੈ, ਆਉਣੀ ਹੈ, ਲਾਜ਼ਮੀ ਹੈ। ਸੋ ਅਬਦੁਲ ਕਲਾਮ ਤੁਸੀਂ ਸਾਰੇ ਜਾਣਦੇ ਹੋ, ਉਹਨਾਂ ਨੇ ਵੀ ਆਪਣੇ ਇੱਕ ਜਦੋਂ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਜਦੋਂ ਪਹਿਲੀ ਉਹਨਾਂ ਨੇ ਇੰਟਰਵਿਊ ਦਿੱਤੀ ਨਾ ਪਾਇਲਟ ਦੀ, ਤੇ ਉਹਨਾਂ ਨੂੰ ਰਿਜੈਕਸ਼ਨ ਆ ਗਈ। ਅਗਰ ਉਦੋਂ ਹੀ ਬੰਦਾ ਬਹਿ ਜਾਂਦਾ, ਯਾਰ ਮੈਂ ਤੇ ਆਪਣੇ ਆਪ ਨੂੰ ਐਜ਼ ਏ ਪਾਇਲਟ ਪੇਸ਼ ਕੀਤਾ, ਪਰ ਨਹੀਂ। ਦੇਖੋ, ਉਹ ਸਾਡਾ ਹਿੰਦੁਸਤਾਨ ਦਾ ਇੱਕ ਉਹ ਸਾਇੰਟਿਸਟ, ਗ੍ਰੇਟ ਸਾਇੰਟਿਸਟ ਬਣਿਆ। ਤੁਹਾਨੂੰ ਪਤਾ ਪਿੱਛੇ ਰਾਸ਼ਟਰਪਤੀ ਵੀ ਰਹੇ ਨੇ ਉਹ। ਸੋ ਇੱਥੇ ਮੈਂ ਇੱਕ ਹੋਰ ਐਗਜ਼ਾਮਪਲ ਆਊਂਗਾ, ਸਚਿਨ ਤੇਂਦੁਲਕਰ ਦੀ। ਇਹ ਵੇਖੋ, ਹੁਣ ਫੇਲਿਅਰ ਕਿਹਦੀ ਜ਼ਿੰਦਗੀ 'ਚ ਨਹੀਂ ਆਏ? ਜਿੰਨੇ ਕਾਮਯਾਬ ਲੋਕ ਦੁਨੀਆ 'ਚ ਵੇਖੋਗੇ, ਹਰ ਕੋਈ ਫੇਲ ਤੋਂ ਬਾਅਦ ਹੀ ਆਇਆ। ਸਚਿਨ ਤੇਂਦੁਲਕਰ ਦੀ ਗੱਲ ਕਰ ਰਿਹਾ, ਉਹ 8ਵੀਂ ਫੇਲ ਹੈ, ਪਾਸ ਨਹੀਂ, ਸੌਰੀ, ਬਾਅਦ 'ਚ ਹੋ ਸਕਦਾ ਉਹਨਾਂ ਕਿਤੇ। ਉਹ ਆਪਣੀ ਜ਼ਿੰਦਗੀ 'ਚ ਵੀ ਦੱਸਦਾ ਹੈ ਵੀ ਮੈਂ 8ਵੀਂ 'ਚੋਂ ਫੇਲ ਹੋ ਗਿਆ ਸੀ, ਪਰ ਉਹਦਾ ਕੀ ਇੱਥੇ ਕੰਸੀਡਰ, ਉਹਦਾ ਫੋਕਸ ਸੀਗਾ ਵੀ ਮੈਂ ਕਾਮਯਾਬ ਹੋਣਾ, ਤੇ ਉਹ ਕਾਮਯਾਬ ਹੋਇਆ। ਇੱਥੇ ਬੜੀ ਵਧੀਆ, ਤੁਸੀਂ ਸਾਰੇ ਜਾਣਦੇ ਹੋ ਅਬਰਾਹਮ ਲਿੰਕਨ ਨੂੰ, ਤਕਰੀਬਨ ਹਰ ਇੱਕ ਨੇ ਕਿਤਾਬਾਂ 'ਚ ਪੜ੍ਹਿਆ। ਉਹ ਬੜੇ ਮਸ਼ਹੂਰ ਨੇ ਆਪਣੇ ਫੇਮਸ ਫੇਲਿਅਰ ਕਰਕੇ। ਉਹ 1832 ਤੋਂ ਲੈ ਕੇ 1868 ਤੱਕ ਫੇਲ ਹੀ ਹੁੰਦੇ ਰਹੇ। 1832 ਚ ਉਹਨਾਂ ਦੀ ਨੌਕਰੀ ਗਈ, 1833 ਚ ਉਹ ਬਿਜ਼ਨਸਮੈਨ ਬਣਨ ਲੱਗੇ, ਫੇਲ ਹੋ ਗਏ। 1838 ਦੇ ਵਿੱਚ ਉਹਨਾਂ ਨੂੰ ਸਪੀਕਰ ਦੀ ਇਲੈਕਸ਼ਨ ਦੇ ਵਿੱਚ ਉਹ ਫੇਲ ਹੋ, ਮਤਲਬ ਕਹਿ ਲਓ ਵੀ ਹਾਰ ਗਏ, ਡਿਫੀਟ ਹੋ ਗਏ। ਇਹ ਸਾਰੀ ਪ੍ਰੋਗਰੈਸ ਚੱਲਦੀ ਗਈ। ਹਰ ਸਾਲ, ਹਰ ਮਹੀਨੇ ਕੋਈ ਨਾ ਕੋਈ ਉਹਨਾਂ ਨੂੰ ਫੇਲਿਅਰ ਹੀ ਮਿਲਦੇ ਗਿਆ। ਪਰ ਇੰਨਾ ਜਿੱਦੀ ਇਨਸਾਨ,
ਇੰਨਾ ਦ੍ਰਿੜ ਨਿਸ਼ਚੇ ਵਾਲਾ, ਇੰਨਾ ਫੋਕਸ ਮਾਈਂਡਡ ਪਰਸਨ ਸੀਗਾ ਕਿ ਉਹਨੇ 1860 ਦੇ ਵਿੱਚ ਅਖੀਰ ਆ ਕੇ ਉਹ USA ਦਾ, ਯੂਨਾਈਟਿਡ ਆਫ ਸਟੇਟ ਦਾ ਪ੍ਰੈਜ਼ੀਡੈਂਟ ਬਣਿਆ ਉਹ ਬੰਦਾ। ਇਹ ਸਾਰੀ ਹਿਸਟਰੀ ਆਪਾਂ ਪੜ੍ਹੀ ਹੈ, ਦੇਖੋ ਕਿੰਨੇ ਫੇਲੀਅਰ ਨੇ, ਫੇਲੀਅਰ ਚੋਂ ਹੀ ਸਕਸੈਸ ਨਿਕਲਦੀ ਹੈ। ਸੋ ਇੱਕ ਚੀਜ਼ ਦਿਮਾਗ 'ਚ ਪਾ ਲਓ ਕਿ ਜਿਹੜੇ ਫੇਲੀਅਰ ਹੈ, ਜਿਹੜੇ ਕਹਿ ਲਈਏ ਵੀ ਨਾਕਾਮਯਾਬੀ ਜਿਹਨੂੰ ਕਹਿ ਦਿੰਦੇ ਆ, ਇਹ ਇੱਕ ਟੈਂਪਰੇਰੀ ਹੈ, ਇਹ ਪਰਮਾਨੈਂਟ ਨਹੀਂ ਰਹਿਣ ਵਾਲੀ। ਇਹ ਤੁਹਾਡੀ ਜ਼ਿੰਦਗੀ ਦਾ ਕਹਿ ਲਈਏ ਫਸਟ ਸਟੈਪਿੰਗ ਸਟੋਨ ਹੈ, ਜਿਹੜਾ ਤੁਹਾਨੂੰ ਲੰਘਣਾ ਹੀ ਪੈਣਾ ਹੈ। ਕਿਉਂਕਿ ਹਰ ਜਿੰਨੇ ਵੀ ਕਾਮਯਾਬ ਲੋਕ ਹੋਏ ਨੇ, ਉਹਨਾਂ ਦੇ ਉਹ ਹਮੇਸ਼ਾ ਫੇਲ ਵੀ ਹੋਏ ਨੇ, ਫਿਰ ਹੀ ਉਹ ਕਾਮਯਾਬ ਹੋਏ। ਸੋ ਇੱਕ ਰੌਸ਼ਨੀ ਦੀ ਤਰ੍ਹਾਂ ਇਹਨੂੰ ਲਵੋ, ਇੱਕ ਕਿਰਨ ਦੀ ਤਰ੍ਹਾਂ ਲਵੋ, ਇਹਨੂੰ ਇੱਕ ਉਮੀਦ ਦੀ ਤਰ੍ਹਾਂ ਲਵੋ ਕਿ ਫੇਲੀਅਰ ਆਏ ਨੇ ਤੇ ਮੈਂ ਕਾਮਯਾਬ ਵੀ ਹੋਵਾਂਗਾ। ਸੋ ਇੰਪੋਰਟੈਂਟ, ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਫੇਲੀਅਰ ਹੋਣਾ। ਜਿਹੜਾ ਬੰਦਾ ਫੇਲ ਹੋ ਰਿਹਾ, ਉਹ ਦਿਮਾਗ 'ਚ ਪਾ ਲਓ, ਉਹੀ ਕਾਮਯਾਬ ਹੋਏਗਾ। ਜਿਹੜਾ ਇਹ ਐਕਸ਼ਨ ਮੋਡ 'ਚ ਹੈ, ਜਿਹੜਾ ਫੀਲਡ 'ਚ ਉਤਰ ਰਿਹਾ, ਜਿਹਨੂੰ ਪ੍ਰੋਬਲਮਾਂ ਵੀ ਆ ਰਹੀਆਂ ਨੇ, ਉਹੀ ਸਕਸੈਸ ਹੋਏਗਾ। ਸੋ ਫੇਲੀਅਰ ਇਜ਼ ਇੰਪੋਰਟੈਂਟ ਤੁਹਾਡੀ ਸਕਸੈਸ ਦੇ ਲਈ। ਅਗਲੇ ਪੁਆਇੰਟ ਤੇ ਚੱਲਦੇ ਹਾਂ ਜੀ, ਪੋਜ਼ਿਟਿਵਿਟੀ ਗੀਅਰਸ ਅਪ ਯੂਰ ਸਲੋ ਮੂਵਸ। ਦੇਖੋ ਪੋਜ਼ਿਟਿਵ ਰਹਿਣਾ ਬੜਾ ਔਖਾ ਵੀ ਨਹੀਂ ਤੇ ਸੌਖਾ ਵੀ ਨਹੀਂ, ਕਿਉਂਕਿ ਹਾਲਾਤ ਹੀ ਇਦਾਂ ਦੇ ਬਣੇ ਹੋਏ ਨੇ। If you want to gear up your vehicle of the life to the door of success without any break or blockage, then you must be positive in you every move and every approach. बड़ा सिंपल लैंग्वेज में इंग्लिश पढ़ने की कोशिश इस करके कर रहे हैं कि तुसी भी सुनो समझो, बहुत सारे पर्सन जानते हैं ऑलरेडी और ਇਹਦਾ मतलब भी तकरीबन समझ गए होगे। फिर भी मैं दस देना कि ਤੁਹਾਡੀ ਜ਼ਿੰਦਗੀ ਜਿਹੜੀ ਹੈ ਇੱਕ ਵਹੀਕਲ ਦੀ ਤਰ੍ਹਾਂ ਹੈ। ਜਦੋਂ ਵੀ ਇਹਦੇ ਛੋਟੇ ਛੋਟੇ ਗੇਅਰ ਬਦਲਦੇ ਹੋ ਤੇ ਉਹ ਸਕਸੈਸ ਦੀ ਤਰਫ ਤੁਸੀਂ ਵੱਧ ਰਹੇ ਹੋ। ਤੁਹਾਡੇ ਰਸਤੇ ਵਿੱਚ ਅਨੇਕਾਂ ਬ੍ਰੇਕਸ ਆਉਣਗੀਆਂ, ਬਲੋਕੇਜ ਆਉਣਗੀਆਂ, ਤੇ ਤੁਸੀਂ ਉਹਨੂੰ ਅਗਰ ਕਾਮਯਾਬ ਕਰਨਾ ਹੈ, ਕਾਮਯਾਬੀ ਦੀ ਤਰਫ ਵਧਣਾ ਹੈ, ਇੱਕ ਟਾਰਗੇਟ ਤੇ ਪਹੁੰਚਣਾ ਹੈ, ਤੇ ਬਹੁਤ ਜ਼ਿਆਦਾ ਜ਼ਰੂਰੀ ਕਿ ਜਿੰਨੇ ਵੀ ਤੁਹਾਡੇ ਮੂਵ ਹੋਣ, ਜਿੰਨੇ ਵੀ ਤੁਹਾਡੀਆਂ ਅਪਰੋਚਾਂ ਹੋਣ, ਉਹ ਪੋਜ਼ਿਟਿਵ ਹੋਣ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਬੜਾ ਅਹਿਮ ਰੋਲ ਹੈ ਪੋਜ਼ਿਟਿਵ ਦਾ ਤੁਹਾਡੀ ਗਰੋਥ ਦੇ ਵਿੱਚ, ਤੁਹਾਡੀ ਡਿਵੈਲਪਮੈਂਟ ਦੇ ਵਿੱਚ। ਦੇਖੋ ਅਗਰ ਨੋ ਪੋਜ਼ਿਟਿਵ, ਨੋ ਗਰੋਥ, ਨੋ ਡਿਵੈਲਪਮੈਂਟ। ਅਗਰ ਪੋਜ਼ਿਟਿਵ ਨਹੀਂ ਤੇ ਕੋਈ ਗਰੋਥ ਨਹੀਂ ਹੋਏਗੀ, ਕੋਈ ਡਿਵੈਲਪਮੈਂਟ ਨਹੀਂ ਹੋਏਗੀ, ਤੁਹਾਡੀ ਜ਼ਿੰਦਗੀ ਜਿੱਦਾਂ ਚੱਲ ਰਹੀ ਉਦਾਂ ਹੀ ਚੱਲੀ ਜਾਏਗੀ। ਵਧੀਆ ਚੱਲ ਰਹੀ ਹੈ, ਮੈਂ ਨਹੀਂ ਕਹਿੰਦਾ ਮਾੜੀ ਚੱਲ ਰਹੀ, ਹਰ ਇੱਕ ਦੀ ਵਧੀਆ ਚੱਲ ਰਹੀ ਹੈ। ਕਿਉਂਕਿ ਪੋਜ਼ਿਟਿਵ, ਦੇਖੋ ਇਹ ਜਿੰਨੀਆਂ ਵੀ ਚੀਜ਼ਾਂ ਸਿੱਖ ਰਿਹਾ ਮੈਂ ਕਦੀ ਸੋਚ ਰਿਹਾ, ਇਹ ਪਹਿਲਾਂ ਸੋਚੀ ਨਹੀਂ, ਦਿਮਾਗ 'ਚ ਆਈਆਂ ਹੀ ਨਹੀਂ। ਇਹ ਜਦੋਂ ਹੁਣ ਇਹ ਕਹਿ ਲਈਏ ਕਿ ਬਿਜ਼ਨਸ ਨਾਲ ਜੁੜੇ ਆ, ਨੈਟਵਰਕਿੰਗ ਨਾਲ ਜੁੜੇ ਆ, ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਰਹੀਆਂ। ਇਹ ਚੀਜ਼ਾਂ ਕਦੀ ਪਹਿਲਾਂ ਡਿਸਕਸ ਹੀ ਨਹੀਂ ਕੀਤੀਆਂ ਆਪਾਂ। ਸੋ ਵਿਦਆਊਟ ਪੋਜ਼ਿਟਿਵ in your thought, ideas, plans, decisions, actions, you won't move ahead in your life. ਤੁਸੀਂ ਗਾਂ ਨਹੀਂ ਵੱਧ ਸਕਦੇ ਜਿੰਨਾ ਚਿਰ ਤੁਹਾਡੇ ਮਾਈਂਡ ਦੇ ਵਿੱਚ ਪੋਜ਼ਿਟਿਵ ਥਾਟ ਨਹੀਂ ਆਉਂਦੇ, ਆਈਡੀਆਜ਼ ਨਹੀਂ ਆਉਂਦੇ, ਪਲਾਨਸ ਨਹੀਂ ਆਉਂਦੇ, ਤੁਹਾਡੇ ਡਿਸੀਜਨ ਪੋਜ਼ਿਟਿਵ ਨਹੀਂ ਹੈਗੇ, ਤੁਹਾਡੇ ਐਕਸ਼ਨ ਪੋਜ਼ਿਟਿਵ ਨਹੀਂ ਹੈਗੇ, ਤਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ। ਇੱਥੇ ਮੈਂ ਇੱਕ ਛੋਟੀ ਜਿਹੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤੁਸੀਂ ਆਮ ਮੇਰੇ ਖਿਆਲ ਸੁਣੀ ਵੀ ਹੋਏਗੀ। ਸਿੰਗਾਪੁਰ ਦੇ ਵਿੱਚ ਇੱਕ 50 ਸਾਲ ਦੀ ਲੇਡੀ ਸੀਗੀ, ਉਹਨੂੰ ਥੋੜੀ ਪ੍ਰੋਬਲਮ ਆਈ ਤੇ ਉਹ ਡਾਕਟਰ ਕੋਲ ਗਈ। ਡਾਕਟਰ ਨੇ ਉਹਨੂੰ ਪੂਰਾ ਚੈੱਕਅਪ ਕੀਤਾ। ਡਾਕਟਰ ਥੋੜਾ ਟੈਨਸ਼ਨ 'ਚ ਪੈ ਗਿਆ ਜਦੋਂ ਉਹਨੂੰ ਚੈੱਕਅਪ ਕਰ ਰਿਹਾ ਸੀ, ਤੇ ਉਹਨੂੰ ਥੋੜਾ ਦੱਸਦਾ ਕਿ ਮੈਡਮ ਥੋੜੀ ਪ੍ਰੋਬਲਮ ਹੈ, ਕਾਫੀ ਵੱਡੀ ਪ੍ਰੋਬਲਮ ਹੈ। ਤਾਂ ਲੇਡੀ ਕਹਿੰਦੀ ਦੱਸੋ ਕੀ ਪ੍ਰੋਬਲਮ ਹੈ ਡਾਕਟਰ? ਤੇ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਹਾਰਟ ਕੈਂਸਰ ਹੋ ਗਿਆ, ਤੁਹਾਨੂੰ ਹਾਰਟ ਕੈਂਸਰ ਹੋ ਗਿਆ। ਤਾਂ ਉਹ ਲੇਡੀ ਨੇ ਕੁਛ ਜ਼ਿਆਦਾ ਨਹੀਂ ਸੋਚਿਆ, ਉਹਨੇ ਕਿਹਾ ਵੀ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਕਿ ਮੇਰੇ ਕੋਲ ਟਾਈਮ ਕਿੰਨਾ ਹੈ। ਤਾਂ ਡਾਕਟਰ ਨੇ ਕਿਹਾ ਕਿ ਤੁਹਾਡੇ ਕੋਲ ਘੱਟੋ ਘੱਟ ਸਿਰਫ 6 ਮਹੀਨੇ ਹੀ ਬਾਕੀ ਨੇ ਤੁਸੀਂ ਸਰਵਾਈਵ ਕਰਨ ਦੇ ਉੱਤੇ। ਤੇ ਉਹ ਲੇਡੀਜ਼ ਬੜੀ ਖੁਸ਼ ਹੋਈ, ਕਿਉਂਕਿ 50 ਸਾਲ ਉਹਨੂੰ ਪਤਾ ਕਿੱਦਾਂ ਕੱਢੇ। ਤੇ ਉਹਨੇ ਬੜਾ ਰੱਬ ਦਾ ਸ਼ੁਕਰਗੁਜ਼ਾਰ ਕੀਤਾ ਕਿ ਮੇਰੇ ਕੋਲ ਘੱਟੋ ਘੱਟ 6 ਮਹੀਨੇ ਤੇ ਹੈ, ਮੈਂ ਆਪਣੀ ਜ਼ਿੰਦਗੀ ਨੂੰ ਹੁਣ ਇੰਜੋਏ ਕਰ ਸਕਦੀ ਹਾਂ। ਮੈਨੂੰ ਪਤਾ ਹੈ ਕਿ ਮੇਰਾ ਟਾਰਗੇਟ ਕੀ ਹੈ, ਮੇਰੇ ਕੋਲ ਕੀ ਚੀਜ਼ ਰਹਿ ਗਈ ਹੈ, ਮੈਂ ਕੀ ਅਚੀਵ ਕਰਨੀ, ਉਹਨੂੰ ਕਲੀਅਰ ਹੈ। ਉਹ ਖੁਸ਼ ਹੋਈ। ਡਾਕਟਰ ਬੜਾ ਹੈਰਾਨ। ਚਲੋ ਐਨੀ ਹੋ, ਉਹ ਉੱਥੋਂ ਲੈਫਟ ਕਰ ਗਈ ਤੇ ਉਹ ਉੱਥੋਂ ਚਲੀ ਗਈ। ਤੇ ਕਾਫੀ 6 ਮਹੀਨੇ ਬਾਅਦ ਉਹ ਫਿਰ ਲੇਡੀ ਉਹ ਡਾਕਟਰ ਕੋਲ ਆਈ ਆਪਣਾ ਚੈੱਕਅਪ ਕਰਾਉਣ ਲਈ। ਤੇ ਜਦੋਂ ਡਾਕਟਰ ਨੇ ਫਿਰ ਦੁਬਾਰਾ ਉਹਨੂੰ ਚੈੱਕਅਪ ਕੀਤਾ, ਜਦੋਂ ਉਹਨੇ 2-3 ਵਾਰੀ ਚੈੱਕਅਪ ਕੀਤਾ, ਉਹਦੀ ਰਿਪੋਰਟਸ ਵਗੈਰਾ ਚੈੱਕ ਕੀਤੀਆਂ, ਉਹਨੇ ਕੋਈ ਹਫਤਾ 10 ਦਿਨ ਬਾਅਦ ਰਿਪੋਰਟ ਆਈਆਂ, ਉਹਨੇ ਚੈੱਕ ਕੀਤੀਆਂ, ਔਰ ਜਦੋਂ ਡਿਟੇਲ ਵੇਖੀ ਤਾਂ ਉਹ ਜਿਹੜੀ ਉਹਨੂੰ ਪ੍ਰੋਬਲਮ ਸੀਗੀ ਉਹ ਤੋਂ ਉਹ ਬਿਲਕੁਲ 100% ਕਿਉਰ ਕਰ ਗਈ ਸੀ। ਉਹਨੂੰ ਕੋਈ ਹਾਰਟ ਕੈਂਸਰ ਦਾ ਏਦਾਂ ਦੀ ਕੋਈ ਬਿਮਾਰੀ ਵਿੱਚ ਹੈ ਹੀ ਨਹੀਂ ਸੀ। ਉਹ ਡਾਕਟਰ ਬੜਾ ਹੈਰਾਨ। ਉਹ ਕਹਿੰਦਾ ਯਾਰ ਇਹ ਕਿੱਥੋਂ ਮਿਰੇਕਲ ਕਿੱਦਾਂ ਹੋ ਗਿਆ, ਇਹ ਕਿੱਦਾਂ ਤੁਸੀਂ ਕੀਤਾ? ਤਾਂ ਉਹ ਲੇਡੀ ਨੇ ਫਿਰ ਉਹਨੂੰ ਆਪਣਾ ਜੋ ਵੀ ਪੂਰਾ 6 ਮਹੀਨੇ ਦਾ ਉਹਨੇ ਟਾਰਗੇਟ ਦੱਸਿਆ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਕੋਲ 6 ਮਹੀਨੇ ਨੇ ਕਲੀਅਰ ਕੱਟ ਨੇ, ਪਹਿਲੇ 50 ਸਾਲ ਮੈਨੂੰ ਪਤਾ ਮੈਂ ਕਿੱਦਾਂ ਕੱਟੇ, ਬੜੀ ਮਿਹਨਤ ਕੀਤੀ, ਸਟਰਗਲ ਕੀਤਾ, ਹੁਣ 6 ਮਹੀਨੇ ਮੈਨੂੰ ਪਤਾ ਹੈ ਮੇਰੇ ਕੋਲ ਨੇ, ਤੇ ਮੈਂ ਇਹਨੂੰ ਜਿੱਦਾਂ ਪਹਿਲਾਂ ਘੱਟ ਖੁਸ਼ ਸੀਗੀ, ਮੈਂ ਇਹਨੂੰ ਪੂਰਾ ਪ੍ਰੋਪਰ ਵੇ ਨਾਲ ਖੁਸ਼ ਰਹਿਣਾ ਸਿੱਖਿਆ। ਮੈਂ ਆਪਣੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਲਿਆਂਦੀ, ਮੈਂ ਹਰ ਪਲ ਪੋਜ਼ਿਟਿਵ ਰਹਿ ਕੇ ਗੁਜ਼ਾਰਿਆ। ਮੈਂ ਆਪਣੇ ਜਿੰਨੇ ਨੀਅਰ ਡੀਅਰ ਸਾਰਿਆਂ ਨਾਲ ਪਿਆਰ ਕੀਤਾ। ਮੈਂ ਰੋਜ਼ ਸਵੇਰੇ ਜਲਦੀ ਉੱਠਣ ਲੱਗ ਪਈ।
ਮੇਰਾ ਜਿਹੜਾ ਆਪਣੇ ਮੂਡ ਨੂੰ ਹਰ ਹਮੇਸ਼ਾ ਖੁਸ਼ ਰੱਖਿਆ, ਨਵੀਂ ਹੋਪ ਦੇ ਨਾਲ ਮੈਂ ਰੋਜ਼ ਉੱਠਦੀ ਰਹੀ, ਇੱਕ ਪੋਜ਼ਿਟਿਵਿਟੀ ਦੇ ਨਾਲ ਉੱਠਦੀ ਰਹੀ। ਮੇਰਾ ਹਰ ਦਿਨ ਦਾ ਵਿਚਾਰ ਇੱਕ ਪੋਜ਼ਿਟਿਵ ਰਿਹਾ। ਮੈਂ ਆਪਣੇ ਉਹ ਅੱਛੇ ਫੇਵਰਿਟ ਸੌਂਗ ਸੁਣੇ, ਮੈਂ ਉਹ ਮੂਵੀ ਸਾਰੀਆਂ ਦੇਖ ਚੁੱਕੀਆਂ ਜਿਹੜੀਆਂ ਮੈਂ ਨਹੀਂ ਦੇਖੀਆਂ, ਜਿਹੜੇ ਮੈਂ ਲਾਈਫ ਦੇ ਵਿੱਚ ਬਿਜੀ ਸੀਗੀ, ਸਟਰਗਲਿੰਗ ਲਾਈਫ ਸੀਗੀ, ਉਹ ਨਹੀਂ ਦੇਖੀਆਂ, ਉਹ ਮੈਂ ਸਭ ਦੇਖੀਆਂ। ਮੈਂ ਗੇਮਾਂ ਖੇਡੀਆਂ, ਮੈਂ ਮੈਡੀਟੇਸ਼ਨ ਵੀ ਕੀਤੀ, ਤੇ ਮੈਂ ਨਾ 6 ਮਹੀਨਿਆਂ ਵਿੱਚ ਇੰਨੀ ਸੋਸ਼ਲ ਐਕਟੀਵਿਟੀਜ਼ ਵੀ ਕੀਤੀ ਪੋਜ਼ਿਟਿਵ ਰਹਿ ਕੇ ਕਿ ਮੈਂ ਖੁਦ ਹੈਰਾਨ ਹਾਂ, ਤੇ ਮੈਂ ਹਰ ਮੂਮੈਂਟ ਨੂੰ ਇੰਜੋਏ ਕੀਤਾ। ਸੋ ਇਹ ਡਾਕਟਰ ਸਮਝ ਗਿਆ ਉਹਦੇ ਰਾਜ ਕੀ ਹੈ। ਆਪਣੇ ਅੰਦਰੋਂ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ, ਪੋਜ਼ਿਟਿਵਿਟੀ ਹੋਣੀ ਚਾਹੀਦੀ। ਅਸੀਂ ਵੱਡੀ ਤੋਂ ਵੱਡੀ ਬਿਮਾਰੀ ਨੂੰ ਵੀ ਪਿੱਛੇ ਛੱਡ ਸਕਦੇ ਹਾਂ। ਬੰਦਾ ਮਰਦਾ ਕਿਉਂ ਪਿਆ ਹੋਣਾ, ਕਰੋਨਾ ਚ, ਕੋਵਿਡ ਚ ਦੇਖ ਲਓ, ਉਹ ਪਤਾ ਲੱਗਦਾ ਬੁਖਾਰ ਹੈ, ਬੰਦੇ ਨੂੰ ਟੈਨਸ਼ਨ ਪੈ ਜਾਂਦੀ, ਯਾਰ ਕਰੋਨਾ ਹੋ ਗਿਆ ਲੱਗ। ਬੰਦਾ ਦੂਜੀ ਗੱਲ ਸੋਚਦਾ ਹੀ ਨਹੀਂ ਕਿ ਕੋਈ ਗੱਲ ਨਹੀਂ, ਆਮ ਨਾਰਮਲ ਵਾਇਰਸ ਹੈ ਯਾਰ, ਰੱਬ ਤੋਂ ਅੱਗੇ ਤਾਂ ਕੁਛ ਨਹੀਂ। ਉਸ ਰੱਬ ਤੇ ਯਕੀਨ ਰੱਖੋ, ਪੋਜ਼ਿਟਿਵ ਹੋਵੋ, ਠੀਕ ਹੈ, ਉਹਦੀ ਪ੍ਰੀਕਾਸ਼ਨ ਜ਼ਰੂਰ ਲਵੋ, ਦਵਾਈ ਲਵੋ, ਆਪਣੇ ਪਰ ਆਪਣੇ ਅੰਦਰ ਵਿਸ਼ਵਾਸ ਜ਼ਰੂਰ ਰੱਖੋ, ਪੋਜ਼ਿਟਿਵ ਰਹੋ। ਯੂਰ ਪੋਜ਼ਿਟਿਵ ਥਾਟਸ ਡੂ ਮੈਰੇਕਲ ਇਨ ਯੂਰ ਲਾਈਫ। ਦੇਖੋ ਵੱਡੇ ਤੋਂ ਵੱਡੇ ਚਮਤਕਾਰ ਹੋ ਜਾਣਗੇ ਅਗਰ ਤੁਸੀਂ ਪੋਜ਼ਿਟਿਵ ਹੋ। ਸੋ ਬੀ ਆਲਵੇਜ਼ ਪੋਜ਼ਿਟਿਵ, ਹਮੇਸ਼ਾ ਪੋਜ਼ਿਟਿਵ ਰਹੋ। ਅਗਰ ਪੋਜ਼ਿਟਿਵ ਰਹੋਗੇ ਤੁਹਾਡੇ ਅੰਦਰ ਉਹ એનર્ਜੀ ਰਹੇਗੀ, ਉਹ ਪਾਵਰ ਰਹੇਗੀ, ਜਿਹਦੇ ਨਾਲ ਤੁਸੀਂ ਵੱਡੀ ਤੋਂ ਵੱਡੀ ਕਾਮਯਾਬੀ ਨੂੰ ਹਾਸਲ ਕਰ ਸਕੋ। ਸੋ ਹਮੇਸ਼ਾ ਪੋਜ਼ਿਟਿਵ ਰਹੋ, ਛੋਟੇ ਕਦਮ ਵੀ ਚੱਲੋ, ਪਰ ਉਹ ਪੋਜ਼ਿਟਿਵਿਟੀ ਨਾਲ ਚੱਲੋ, ਉਤਸ਼ਾਹ ਨਾਲ ਚੱਲੋ, ਸਕਾਰਾਤਮਕ ਸੋਚ ਦੇ ਨਾਲ ਚੱਲੋ। ਸੋ ਅਗਲੇ ਪੁਆਇੰਟ ਤੇ ਚੱਲਦੇ ਹਾਂ ਜੀ। ਐਕਸਕਿਊਜ਼ ਮੀ। ਯੂ ਮਸਟ ਬਲੀਵ ਯੂਰ ਅਬਿਲਿਟੀਜ਼ ਦੀ ਗੱਲ ਮੈਂ ਸ਼ੁਰੂਆਤ 'ਚ ਵੀ ਕੀਤੀ ਸੀ, ਜਦੋਂ ਮੀਟਿੰਗ ਆਪਾਂ ਸ਼ੁਰੂ ਕੀਤੀ, ਕਿ ਜਿੰਨੇ ਵੀ ਪਰਸਨ ਇੱਥੇ ਜਨਮ ਲੈਂਦੇ ਨੇ, ਹਰ ਇੱਕ ਕੋਲ ਨੈਚੁਰਲ ਅਬਿਲਿਟੀਜ਼, ਕੋਈ ਵੀ ਪਰਸਨ ਤੇ ਦੁਨੀਆ ਦੀ ਨਹੀਂ ਜਿਹੜਾ ਇਹਨਾਂ ਤੋਂ ਬਗੈਰ, ਸ਼ਾਇਦ ਕੋਈ ਵਿਰਲਾ ਵਾਂਝਾ ਹੀ ਹੋਏਗਾ ਜਿਹੜਾ ਇਹਨਾਂ ਅਬਿਲਿਟੀਜ਼ ਤੋਂ ਬਗੈਰ ਹੈ। ਪਰ ਉਹਨਾਂ ਵੀ ਉਹਨਾਂ ਅਬਿਲਿਟੀਜ਼ ਦੇ ਉੱਤੇ ਕਾਬੂ ਪਾ ਲਿਆ। ਜਿੱਦਾਂ ਆਪਾਂ ਲਾਸਟ ਮੀਟਿੰਗ ਦੇਖੀ, ਇਰਸ਼ਾਦ ਅਹਿਮਦ ਸਰ ਦੀ ਅੱਖਾਂ ਤੋਂ ਨਹੀਂ ਦਿਸਦਾ, ਕਿਉਂਕਿ ਨੈਚੁਰਲ ਅਬਿਲਿਟੀ ਉਹਨਾਂ ਦੀ ਦੇਖਣਾ, ਪਰ ਉਹ ਦੇਖ ਨਹੀਂ ਸਕਦੇ, ਪਰ ਫਿਰ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਨੂੰ ਡਿਵੈਲਪ ਕੀਤਾ। ਉਹਨਾਂ ਨੇ ਉਹ ਅਬਿਲਿਟੀਜ਼ ਨੂੰ ਕਿਸੇ ਹੋਰ ਥਰੂ ਉਜਾਗਰ ਕੀਤਾ ਤੇ ਕਾਮਯਾਬੀ ਹਾਸਲ ਕੀਤੀ ਹੈ। ਤੋ ਸਾਡੇ ਤੋਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਸਭ ਕੁਝ ਹੈ, ਅੱਖਾਂ ਵੀ ਨੇ, ਦਿਮਾਗ ਵੀ ਹੈ, ਪਰ ਫਿਰ ਵੀ ਫੇਲ ਹੋ ਜਾਂਦੇ ਆ। ਕਾਰਨ ਲੱਭਣਾ ਪਏਗਾ, ਇਹ ਆਪਣੇ ਆਪ ਨੂੰ ਪੁੱਛਣਾ ਪਏਗਾ ਕਿ ਸਾਡੇ ਅੰਦਰ ਉਹ ਸਾਰੀਆਂ ਅਬਿਲਿਟੀਜ਼ ਹੈ ਨੇ, ਕਿ ਸਾਡੇ ਕੋਲ ਦਿਮਾਗ ਹੈ ਜਿਹਨਾਂ ਨਾਲ ਅਸੀਂ ਸਹੀ ਸੋਚਦੇ ਹਾਂ, ਕਿ ਸਾਡੀਆਂ ਅੱਖਾਂ ਸਹੀ ਦੇਖ ਪਾਉਂਦੀਆਂ, ਕਿ ਸਾਡਾ ਜਿਹੜਾ ਨੱਕ ਹੈ ਉਹ ਸਹੀ ਸੁਗੰਧ ਲੈ ਪਾ ਰਿਹਾ, ਕਿ ਜੋ ਅਸੀਂ ਮੂੰਹੋਂ ਬੋਲ ਰਹੇ ਹਾਂ ਕੁਝ ਸਹੀ ਬੋਲ ਰਹੇ ਹਾਂ, ਲੜਖੜਾ ਤੇ ਨਹੀਂ ਰਹੇ, ਕੁਝ ਗਲਤ ਤੇ ਨਹੀਂ ਬੋਲ ਰਹੇ। ਇਹ ਸਾਰੀਆਂ ਅਬਿਲਿਟੀਜ਼ ਨੇ ਸਾਡੇ ਅੰਦਰ, ਜੋ ਸਭ ਨੂੰ, ਹਰ ਇੱਕ ਨੂੰ ਮਿਲੀਆਂ ਨੇ। ਤੁਹਾਨੂੰ ਆਪਣੇ ਅਬਿਲਿਟੀਜ਼ ਤੇ ਵਿਸ਼ਵਾਸ ਕਰਨਾ ਹੋਏਗਾ ਕਿ ਤੁਸੀਂ ਜੋ ਵੀ ਦਿਮਾਗ ਤੋਂ ਕਰੋਗੇ, ਜੋ ਵੀ ਵਰਕ ਕਰੋਗੇ, ਉਹ ਤੁਸੀਂ ਸਹੀ ਕਰੋਗੇ। ਜੋ ਅੱਖਾਂ ਨਾਲ ਦੇਖ ਰਹੇ ਹੋ ਤੁਸੀਂ ਸਹੀ ਦੇਖ ਰਹੇ ਹੋ, ਜੋ ਕੰਨਾਂ ਨਾਲ ਸੁਣਿਆ ਉਹ ਤੇ ਯਕੀਨ ਬਣਾਉਣਾ ਪਏਗਾ। ਕਦੀ ਹੋਇਆ ਵੀ ਤੁਹਾਨੂੰ ਸਮੈਲ ਕਿਸੇ ਹੋਰ ਚੀਜ਼ ਦੀ ਆਈ, ਦਿਮਾਗ ਨੇ ਇਸ਼ਾਰਾ ਕੋਈ ਹੋਰ ਕਰਤਾ, ਤੁਹਾਨੂੰ ਯਕੀਨ ਨਹੀਂ ਯਾਰ ਇਹ ਸਮੈਲ ਕੀਤੀ ਹੈ? ਨਹੀਂ, ਤੁਹਾਨੂੰ ਵਿਸ਼ਵਾਸ ਕਰਨਾ ਪਏਗਾ ਅਗਰ ਇਹ ਰੋਜ਼ ਦੀ ਸਮੈਲ ਹੈ ਤਾਂ ਇਹ ਰੋਜ਼ ਹੀ ਹੈ। ਸੋ ਆਪਣੀ ਅਬਿਲਿਟੀਜ਼ ਤੇ ਯਕੀਨ ਕਰੋ, ਸਹੀ ਸੋਚੋ, ਪਲਾਨ ਵੈਲ ਕਰੋ, ਚੰਗੇ ਡਿਸੀਜਨ ਲਵੋ, ਇੱਕ ਜੱਜਮੈਂਟ ਸਹੀ ਤਰੀਕੇ ਨਾਲ ਕਰੋ, ਹਰ ਚੀਜ਼ ਨੂੰ ਮੈਨੇਜ ਵਧੀਆ ਤਰੀਕੇ ਨਾਲ ਕਰੋ, ਕਿਉਂਕਿ ਤੁਸੀਂ ਕਰ ਸਕਦੇ, ਤੁਹਾਡੇ ਅੰਦਰ ਅਬਿਲਿਟੀਜ਼ ਨੇ। ਇਹ ਅਬਿਲਿਟੀਜ਼ ਇੱਕ ਇੰਗਰੀਡੀਐਂਟ ਦੀ ਤਰ੍ਹਾਂ ਨੇ ਜਿਹੜੇ ਤੁਹਾਨੂੰ ਇੱਕ ਸਕਸੈਸ ਦੀ ਤਰਫ ਲੈ ਕੇ ਜਾਣਗੀਆਂ। ਸੋ ਆਪਣੀ ਅਬਿਲਿਟੀਜ਼ ਤੇ ਵਿਸ਼ਵਾਸ ਕਰੋ, ਇਹਨਾਂ ਨੂੰ ਕਾਮਯਾਬ ਬਣਾਉਣ 'ਚ ਆਪਣੇ ਹੀ ਸਰੀਰ ਦੀ ਹੈਲਪ ਕਰੋ, ਜਿਹੜਾ ਕਿ ਮੇਰਾ ਨੈਕਸਟ ਪਾਰਟ ਹੋਏਗਾ, ਕਿਉਂਕਿ ਇਹ ਅਬਿਲਿਟੀਜ਼ ਨੂੰ ਤੁਸੀਂ ਖੁਦ ਹੀ ਇਹਨਾਂ ਨੂੰ ਕਹਿ ਲਈ ਯਕੀਨੀ ਬਣਾਉਣਾ ਹੈ, ਕਾਮਯਾਬ ਕਰਨਾ ਹੈ। ਮਾਈਂਡ ਕੀ ਕਰ ਸਕਦਾ ਹੈ? ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਬ੍ਰਹਿਮੰਡ ਹੈ, ਇਹਦੇ ਵਿੱਚ ਜੋ ਮਰਜ਼ੀ ਭਰ ਦੋ, ਜੋ ਮਰਜ਼ੀ ਭਰ ਦੋ, ਇਹ ਖਾਲੀ ਨਹੀਂ ਹੋਣਾ। ਇਹ ਚੋਂ ਕੱਢ ਕੇ ਤੁਸੀਂ ਵੰਡ ਵੀ ਦਿਓਗੇ ਤਾਂ ਵੀ ਨਹੀਂ ਖਾਲੀ ਹੋਣਾ, ਉਲਟਾ ਹੋਰ ਜ਼ਿਆਦਾ ਗਹੀਨ ਹੋਣਾ। ਸੋ ਆਪਣੀ ਅਬਿਲਿਟੀਜ਼ ਨੂੰ ਸਮਝੀਏ, ਆਪਣੀ ਨੈਚੁਰਲ ਪਾਵਰਸ ਨੂੰ ਸਮਝੀਏ, ਇਹਨਾਂ ਤੇ ਵਰਕ ਕਰੀਏ। ਜ਼ਿਆਦਾ ਲੰਮੀ ਮੀਟਿੰਗ ਨਹੀਂ ਕਰਾਂਗਾ, ਆਪਕੋ ਬਹੁਤ ਕੁਝ ਲਿਖਿਆ ਹੈ, ਪਰ ਫਿਰ ਵੀ ਆਪਾਂ ਇਹਨੂੰ ਪੁਆਇੰਟ ਟੂ ਪੁਆਇੰਟ ਹੀ ਤੁਹਾਡੇ ਨਾਲ ਮੈਂ ਡਿਸਕਸ ਕਰਾਂਗਾ। ਸੋ ਨੈਕਸਟ ਪੁਆਇੰਟ ਤੇ ਚੱਲਦੇ ਹਾਂ, ਸੈਲਫ ਹੈਲਪ ਇਜ਼ ਦਾ ਬੈਸਟ ਹੈਲਪ। ਦੇਖੋ ਇਹ ਪਿਛਲੇ ਪੁਆਇੰਟ ਦੇ ਨਾਲ ਰਿਲੇਟ ਵੀ ਕਰਦਾ ਹੈ। ਤੁਹਾਡੀ ਅਬਿਲਿਟੀਜ਼ ਨੇ, ਅਗਰ ਉਹਨਾਂ ਨੂੰ ਉਜਾਗਰ ਕਰਨਾ ਤੁਹਾਨੂੰ ਆਪਣੀ ਹੈਲਪ ਖੁਦ ਕਰਨੀ ਪਏਗੀ। ਕੋਈ ਪਰਸਨ ਬਾਹਰੋਂ ਆ ਕੇ ਤੁਹਾਨੂੰ ਵਧੀਆ ਨਹੀਂ ਕਰ ਸਕਦਾ, ਕੋਈ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਆਹ ਕਰਨਾ। ਹਾਂ ਜ਼ਰੂਰ ਦੱਸੇਗਾ ਤੁਹਾਨੂੰ ਇਹ ਕਰਨਾ ਕਿ ਆਹ ਕਰਨਾ, ਪਰ ਤੁਹਾਨੂੰ ਕਰਨਾ ਖੁਦ ਪੈਣਾ। ਤੁਹਾਨੂੰ ਆਪਣੀ ਹੈਲਪ ਜਿਹੜੀ ਹੈ ਖੁਦ ਕਰਨੀ ਪਏਗੀ। ਤੁਹਾਨੂੰ ਇਹ ਮੰਨਣਾ ਪਏਗਾ, ਤੁਹਾਨੂੰ ਸੈਲਫ ਹੈਲਪ ਜੋ ਹੁੰਦਾ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਤੇ ਰਿਲਾਈ ਕਰੋ, ਨਾ ਕਿ ਕਿਸੇ ਹੋਰ ਤੇ। ਤੁਸੀਂ ਆਪਣੇ ਆਪ ਨੂੰ ਗਰੋ ਕਰੋ, ਆਪਣੇ ਆਪ ਨੂੰ ਡਿਵੈਲਪ ਕਰੋ, ਆਪਣੇ ਆਪ ਨੂੰ ਇਹਨਾਂ ਐਨਰਿਚ ਕਰੋ ਲਾਈਫ ਦੇ ਵਿੱਚ, ਆਪਣੇ ਆਪ ਨੂੰ ਤਾਂ ਨੂੰ ਅਗਾਂਹ ਲੈ ਕੇ ਜਾਓ, ਆਪਣੀ ਸਟਰੈਂਥ ਨੂੰ ਬਿਲਡ ਕਰੋ, ਆਪਣੇ ਅੰਦਰ ਸੈਲਫ ਬਿਲੀਵ ਲਿਆਓ, ਆਪਣੇ ਆਪ ਨੂੰ ਡਿਸਿਪਲਿਨ ਕਰੋ। ਇਹ ਕਿੰਨੇ ਕਰਨਾ ਹੈ? ਇਹ ਤੁਸੀਂ ਖੁਦ ਕਰਨਾ ਹੈ। ਤੁਹਾਨੂੰ ਆਪਣੀ ਲੋੜ ਹੈ, ਆਪਣੀ ਹੈਲਪ ਦੀ ਲੋੜ ਹੈ। ਬਾਹਰੋਂ ਨੋ ਡਾਊਟ ਬਹੁਤ ਸਾਰੇ ਮੈਂਟਰ ਆਉਣਗੇ, ਬਹੁਤ ਸਾਰੇ ਮੋਟੀਵੇਟਰ ਆਉਣਗੇ, ਬੜਾ ਕੁਝ ਤੁਹਾਨੂੰ ਦੱਸਣਗੇ, ਪਰ ਕਰਨਾ ਕਿਹਨੂੰ ਪੈਣਾ? ਉਹ ਤੁਹਾਨੂੰ ਖੁਦ ਨੂੰ ਕਰਨਾ ਪੈਣਾ। ਫੀਲਡ 'ਚ ਨਿਕਲਣਾ ਤੁਹਾਨੂੰ ਖੁਦ ਨਿਕਲਣਾ ਪੈਣਾ। ਸੋ ਆਪਣੀ ਹੈਲਪ ਖੁਦ ਕਰਨੀ ਸਿੱਖੋ।
ਆਪਣੇ ਆਪ ਨੂੰ ਰੋਜ਼ ਕੁਛ ਨਾ ਕੁਛ ਨਵਾਂ ਪੜ੍ਹੋ, ਕੁਛ ਨਵਾਂ ਸਿੱਖੋ ਤੇ ਆਪਣੇ ਅੰਦਰ ਲਿਆਓ। ਦ ਮੋਮੈਂਟ you stop helping yourself, you will lose your own credential of your life। ਜਦੋਂ ਵੀ ਤੁਸੀਂ ਉਹ ਮੂਮੈਂਟ, ਜਦੋਂ ਤੁਸੀਂ ਆਪਣੇ ਆਪ ਨੂੰ ਨਾ ਆਪਣੀ ਹੈਲਪ ਕਰਨੀ ਬੰਦ ਕਰ ਦੋਗੇ ਨਾ, ਤੁਸੀਂ ਆਪਣਾ ਖੁਦ ਦਾ ਮਹੱਤਵ ਖੋ ਦੋਗੇ, ਤੁਹਾਨੂੰ ਕਲੀਅਰ ਨਹੀਂ ਹੋਏਗਾ ਮੈਂ ਕੀ ਹਾਂ। ਸੋ ਕੋਸ਼ਿਸ਼ ਕਰੋ ਆਪਣੇ ਆਪ ਨੂੰ ਡਿਵੈਲਪ ਕਰਨ ਦੀ, ਖੁਦ ਆਪਣੇ ਆਪ। ਸੋ ਸੈਲਫ ਹੈਲਪ ਇਜ਼ ਦਾ ਬੈਸਟ ਹੈਲਪ। ਇਹ ਬਹੁਤ ਵਧੀਆ ਹੈਲਪ ਹੈ, ਬਾਹਰੋਂ ਕਿਸੇ ਨੇ ਹੈਲਪ ਨਹੀਂ ਜੀ ਕਰਨੀ। ਸਪੈਸ਼ਲੀ ਇਸ ਟਾਈਮ ਦੇ ਵਿੱਚ ਘਰੇ ਬਹਿ ਕੇ ਤੁਹਾਨੂੰ ਖੁਦ ਡਿਵੈਲਪ ਹੋਣਾ ਪਏਗਾ, ਆਪਣੀ ਹੈਲਪ ਆਪ ਕਰਨੀ ਸਿੱਖੋ। ਸੋ ਅਗਲਾ ਪੁਆਇੰਟ ਮੇਰਾ, ਸਕਸੈਸ ਇਜ਼ ਅ ਜਰਨੀ ਆਫ ਕਾਊਂਟਲੈਸ ਸਮਾਲ ਸਟੈਪਸ। ਵੇਖੋ ਕਾਮਯਾਬ ਹਰ ਕੋਈ ਹੋਣਾ ਚਾਹੁੰਦਾ ਹੈ। ਕੋਈ ਕਹਿੰਦਾ ਮੈਂ ਛਾਲ ਮਾਰ ਕੇ ਹੁਣੇ ਕਾਮਯਾਬ ਹੋ ਜਾ, ਕੋਈ ਕਹਿੰਦਾ ਮੈਨੂੰ ਅੱਜ ਬਹੁਤ ਜ਼ਿਆਦਾ ਤਰੱਕੀ ਮਿਲ ਗਈ, ਮੈਂ ਕਾਮਯਾਬ ਅੱਜ ਹੀ ਹੋ ਗਿਆ। ਨਹੀਂ, ਏਦਾਂ ਨਹੀਂ। ਜਿੰਨੀਆਂ ਵੀ ਕਾਮਯਾਬੀਆਂ ਹੋਈਆਂ ਨੇ, ਜਿੰਨੇ ਮਰਜ਼ੀ ਸੰਸਾਰ ਭਰ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਓ, ਜਿੰਨੇ ਮਿਲੀਨੀਅਨ ਹੋਏ ਨੇ, ਜਿੰਨੇ ਨੈਟਵਰਕਰ, ਜਿੰਨੇ ਲੀਡਰ, ਜੋ ਵੀ ਕਹਿ ਲਓ ਵੀ ਕਿਤਾਬਾਂ ਫੋਲ ਛੱਡੋ, ਗ੍ਰੰਥ ਫੋਲ ਦਿਓ, ਉਹਨਾਂ ਦੇ ਪਿੱਛੇ ਬਹੁਤ ਜ਼ਿਆਦਾ ਹਾਰਡ ਉਹਨਾਂ ਦੀ ਜਰਨੀ ਹੈ। ਆਪਾਂ ਇਹਨਾਂ ਈਜ਼ੀ ਵੀ ਨਾ ਲਈਏ ਸਕਸੈਸ ਨੂੰ, ਪਰ ਈਜ਼ੀ ਵੇ ਨਾ ਕਰ ਸਕਦੇ ਹਾਂ। ਛੋਟੇ ਛੋਟੇ ਸਟੈਪਸ ਜਿਹੜੇ ਵੀ ਆਪਾਂ ਲਵਾਂਗੇ ਜ਼ਿੰਦਗੀ ਦੇ ਵਿੱਚ, ਸਾਨੂੰ ਉਹ ਕਾਮਯਾਬੀ ਦੀ ਤਰਫ ਲੈ ਜਾਣਗੇ। ਟੇਕ ਸਮੋਲ ਸਟੈਪਸ, ਛੋਟੇ ਛੋਟੇ ਲਵੋ। ਜ਼ਰੂਰੀ ਨਹੀਂ ਵੱਡੀ ਛਾਲ ਮਾਰਨੀ ਹੈ, ਮੈਂ ਅੱਜ ਹੀ ਆਹ ਲੈਵਲ ਕਰ ਲੈਣਾ, ਕੱਲ ਨੂੰ ਆਹ ਲੈਵਲ, ਪਰਸੋਂ ਆਹ ਲੈਵਲ। ਨਹੀਂ, ਜਿਹੜਾ ਵੀ ਕਰਨਾ ਉਹਨੂੰ ਪ੍ਰੋਪਰ ਵੇ ਨਾ ਕਰੋ, ਇੱਕ ਸਥਿਰ ਹੋ ਕੇ ਕਰੋ, ਪ੍ਰੋਪਰ ਤਰੀਕੇ ਨਾਲ ਕਰੋ। ਕਿਉਂਕਿ ਅਗਰ ਤੁਸੀਂ ਕੋਈ ਗੱਡੀ ਤੇ ਵੀ ਅਗਰ ਸਫ਼ਰ ਕਰਨਾ ਨਾ, ਤੇ ਘਰੋਂ ਤੁਹਾਨੂੰ ਗੱਡੀ ਕੱਢਣੀ ਪਏਗੀ, ਹੌਲੀ ਹੌਲੀ ਪਹੁੰਚੋਗੇ। ਇਹ ਨਹੀਂ ਕਿ ਹੁਣੇ ਗੱਡੀ ਸਟਾਰਟ ਕੀਤੀ ਤੇ ਮੈਂ ਚਲੋ ਦਿੱਲੀ, ਨਹੀਂ। ਤੁਸੀਂ ਕਦੇ ਵੀ ਉੱਥੇ ਨਹੀਂ ਪਹੁੰਚ ਪਾਓਗੇ, ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਓਗੇ ਜਿੰਨਾ ਚਿਰ ਤੁਸੀਂ ਚੱਲਦੇ ਨਹੀਂ। ਤੁਹਾਨੂੰ ਛੋਟੇ ਛੋਟੇ ਕਦਮ ਚਲਾਉਣੇ ਹੀ ਪੈਣੇ ਆ। ਟਾਈਮ ਜ਼ਰੂਰ ਲੱਗੇਗਾ ਤੁਹਾਨੂੰ ਡੈਸਟੀਨੀ ਤੇ ਪਹੁੰਚਣ ਲਈ, ਪਰ ਇਹ ਛੋਟੇ ਛੋਟੇ ਸਟੈਪ ਲੈਣੇ ਪੈਣੇ ਆ ਤੁਹਾਨੂੰ। ਹੌਲੀ ਹੌਲੀ ਚੱਲੋ, ਸਟੈਪ ਬਾਈ ਸਟੈਪ ਚੱਲੋ, ਪਰ ਕੰਟੀਨਿਊਲੀ ਚੱਲੋ, ਬਿਨਾਂ ਥਕਾਵਟ ਤੋਂ ਚੱਲੋ, ਤੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ। ਤੁਸੀਂ ਕਛੂਆ ਦੀ ਤੇ ਖਰਗੋਸ਼ ਦੀ ਆਮ ਹੀ ਕਹਾਵਤ ਸੁਣੀ ਹੈ, ਸਟੋਰੀ ਸੁਣੀ ਹੈ। ਦੇਖੋ ਕਛੂਆ ਹੈ, ਹੌਲੀ 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 ਚੱਲ ਰਿਹਾ, ਖਰਗੋਸ਼ ਇੱਕ ਵਾਰੀ ਭੱਜ ਲੈਂਦਾ, ਫਿਰ ਸਾਹ ਲੈਂਦਾ, ਇੱਕ ਵਾਰੀ ਭੱਜ ਲੈਂਦਾ, ਫਿਰ ਸਾਹ ਲੈਂਦਾ, ਪਰ ਕਛੂਆ ਕੰਟੀਨਿਊਲੀ ਚੱਲ ਰਿਹਾ, ਛੋਟੇ ਛੋਟੇ ਸਟੈਪ ਲੈ ਰਿਹਾ, ਤੇ ਉਹ ਪਹੁੰਚ ਗਿਆ। ਪਹੁੰਚੇਗਾ ਖਰਗੋਸ਼ ਵੀ। ਕਈਆਂ ਨੇ ਤਾਂ ਸਟੋਰੀ ਨੂੰ ਚੇਂਜ ਕਰ ਦਿੱਤਾ ਅੱਜ ਕੱਲ੍ਹ ਦੇ ਟਾਈਮ ਵਿੱਚ, ਖਰਗੋਸ਼ ਵੀ ਪਹੁੰਚ ਗਿਆ। ਪਰ ਨਹੀਂ, ਇਹਨੂੰ ਤਰੀਕੇ ਨਾਲ ਸੋਚਣਾ ਪਏਗਾ ਕਿ ਇੱਕ ਵਾਰੀ ਤੇਜ਼ ਭੱਜ ਕੇ ਫਿਰ ਸਾਹ ਲੈ ਲਿਆ, ਸੋਚਣ ਲੱਗ ਪਏ, ਫਿਰ ਮਿਊਸ ਹੋ ਗਏ। ਨਹੀਂ ਯਾਰ, ਕੰਟੀਨਿਊਲੀ ਤੁਹਾਨੂੰ ਫੋਕਸ, ਤੁਹਾਨੂੰ ਕਲੀਅਰ ਹੈ, ਤੁਹਾਡਾ ਟਾਰਗੇਟ ਕਲੀਅਰ ਹੈ, ਤੁਹਾਨੂੰ ਅਬਿਲਿਟੀਜ਼ ਤੇ ਵਿਸ਼ਵਾਸ ਹੈ, ਤੁਸੀਂ ਆਪਣੀ ਹੈਲਪ ਆਪ ਕਰਨੀ ਹੈ, ਤੇ ਤੁਸੀਂ ਟਾਰਗੇਟ ਤੇ ਪਹੁੰਚ ਜਾਓਗੇ। ਤੁਹਾਨੂੰ ਵੀ ਪਤਾ, ਕਦੀ ਘਰ ਵੇਖਿਆ ਇੱਕ ਦਿਨ 'ਚ ਬਣ ਗਿਆ ਹੋਵੇ? ਕਿੰਨੇ ਦਿਨ ਲੱਗਦੇ, ਕਿੰਨੇ ਮਹੀਨੇ ਲੱਗਦੇ ਨੇ, ਸਾਲ ਵੀ ਲੱਗ ਜਾਂਦੇ ਕਈਆਂ ਦੇ ਘਰਾਂ ਨੂੰ। ਕੈਰੀਅਰ ਬਣਾਉਣ ਦੇ ਉੱਤੇ ਕਿੰਨਾ ਟਾਈਮ ਲੱਗ ਜਾਂਦਾ, ਕਿੰਨੇ ਸਾਲ ਲੱਗ ਜਾਂਦੇ ਨੇ। ਅਗਰ ਤੁਸੀਂ ਇੱਕ ਪਰਫੈਕਟ ਇਨਸਾਨ ਹੀ ਇਕੱਲਾ ਬਣਨਾ ਚਾਹੁੰਦੇ ਹੋ ਨਾ, ਤੇ ਤੁਸੀਂ ਇੱਕ ਦਿਨ 'ਚ ਨਹੀਂ ਬਣ ਸਕਦੇ। ਤੁਹਾਨੂੰ ਡੇਲੀ ਕੁਛ ਨਾ ਕੁਛ, ਇੱਕ ਇੱਕ ਮਿੰਟ 'ਚ, ਇੱਕ ਇੱਕ ਘੰਟੇ 'ਚ, ਇੱਕ ਇੱਕ ਦਿਨ ਦੇ ਵਿੱਚ, ਮਹੀਨਿਆਂ ਦੇ ਵਿੱਚ ਕੁਛ ਨਾ ਕੁਛ ਸਿੱਖਣਾ ਪਏਗਾ, ਫਿਰ ਹੀ ਤੁਸੀਂ ਕਾਮਯਾਬ ਹੋਵੋਗੇ। ਅਮੀਰ ਬਣਨਾ ਚਾਹੁੰਦੇ ਹੋ, ਕੋਈ ਆ ਜਮਾਂਦਰੂ ਅਮੀਰ ਜੰਮ ਪਵੇ, ਪਰ ਵੇਖਿਓ, ਸੋਚਿਓ ਕਿ ਉਹ ਜਿਹੜਾ ਉਹਦਾ ਪਿਓ ਜਾਂ ਉਹਦਾ ਦਾਦਾ, ਉਹ ਕਿੱਦਾਂ ਅਮੀਰ ਬਣੇ, ਉਹਨਾਂ ਕਿੰਨੀ ਮਿਹਨਤ ਕੀਤੀ, ਇਹ ਚੀਜ਼ ਤੇ ਜ਼ਰੂਰ ਡਿਸਕਸ ਕਰਿਓ। ਸੋ ਹਮੇਸ਼ਾ ਤੁਹਾਡੀ ਸਕਸੈਸ ਟਾਈਮ ਲਏਗੀ, ਦਿਨ ਲਏਗੀ, ਮਹੀਨੇ ਲਏਗੀ, ਸਾਲ ਲਏਗੀ, ਪਰ ਤੁਸੀਂ ਕਾਮਯਾਬ ਜ਼ਰੂਰ ਹੋਵੋਗੇ। ਸੋ ਇਹ ਕਾਮਯਾਬੀ ਲੈਣ ਲਈ ਤੁਹਾਨੂੰ ਹਾਰਡ ਵਰਕ ਕਰਨਾ ਪਏਗਾ, ਡੈਡੀਕੇਸ਼ਨ ਰੱਖਣੀ ਪਏਗੀ, ਤੁਹਾਨੂੰ ਪੇਸ਼ੈਂਸ ਵੀ ਬਣਾਈ ਰੱਖਣਾ ਪਏਗਾ। ਬਿਲਕੁਲ ਉਸ ਛੋਟੇ ਪੌਦੇ ਦੀ ਤਰ੍ਹਾਂ ਛੋਟਾ ਪੌਦਾ ਹੀ ਲਗਾਉਣਾ ਪੈਣਾ ਪਹਿਲਾਂ, ਫਿਰ ਹੀ ਉਹ ਹੌਲੀ ਹੌਲੀ ਵੱਡਾ ਹੋਏਗਾ ਤੇ ਤੁਹਾਨੂੰ ਫਲ ਦੇਗਾ। ਇਹਨੂੰ ਸਾਲ ਲੱਗ ਜਾਣ, ਵੱਧ ਵੀ ਲੱਗ ਸਕਦਾ ਟਾਈਮ। ਸੋ ਜਿੰਨੀਆਂ ਵੀ ਵੱਡੀਆਂ ਸਕਸੈਸ ਨੇ, ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਉਹ ਬਹੁਤ ਹਜ਼ਾਰਾਂ, ਕਾਊਂਟਲੈਸ ਛੋਟੇ ਛੋਟੇ ਸਟੈਪ ਨੇ, ਜਿਨ੍ਹਾਂ ਕਰਕੇ ਉਹ ਫੇਲ ਵੀ ਹੋਏ, ਫਿਰ ਉਹ ਕਾਮਯਾਬ ਹੋਏ। ਸੋ ਤੁਸੀਂ ਵੀ ਆਪਣੇ ਜਿਹੜੇ ਛੋਟੇ ਛੋਟੇ ਸਟੈਪਸ ਹੈ, ਹਮੇਸ਼ਾ ਪੁੱਟਿਆ ਕਰੋ। ਛੋਟੀਆਂ ਛੋਟੀਆਂ ਚੀਜ਼ਾਂ ਸਿੱਖਦੇ ਰਹੋ, ਛੋਟਾ ਛੋਟਾ ਵਰਕ ਕਰਦੇ ਰਹੋ, ਵਰਕ ਮੋਡ 'ਚ ਰਹੋ, ਐਕਸ਼ਨ ਮੋਡ 'ਚ ਰਹੋ। Your success always depends on your every small step that you take, but not the big steps you jump into। ਬਹੁਤ ਵੱਡੇ ਵੱਡੇ ਜੰਪ ਨਹੀਂ ਲੈਣੇ, ਛੋਟੇ ਛੋਟੇ ਜੰਪ ਲੈਣੇ ਆ। ਛੋਟੀਆਂ ਛੋਟੀਆਂ ਕਾਮਯਾਬੀਆਂ ਲੈਣੀਆਂ ਨੇ, ਫੇਲੀਅਰ ਵੀ ਆਉਣਗੇ, ਡਰਨਾ ਨਹੀਂ, ਲੱਗੇ ਰਹੋ। ਕਾਮਯਾਬੀ ਤੁਹਾਨੂੰ ਇੱਕ ਦਿਨ ਜ਼ਰੂਰ ਮਿਲੇਗੀ। ਸੋ ਮੇਰਾ ਸੈਸ਼ਨ ਤੁਹਾਨੂੰ ਕਿੱਦਾਂ ਦਾ ਲੱਗਿਆ, ਮੈਂ ਉਮੀਦ ਕਰਾਂਗਾ ਤੁਸੀਂ ਸਾਰਿਆਂ ਨੇ ਨੋਟ ਡਾਊਨ ਜ਼ਰੂਰ ਕੀਤਾ ਹੋਏਗਾ। ਕਿਤੇ ਕੋਈ ਗਲਤੀ ਰਹਿ ਗਈ ਤੇ ਜ਼ਰੂਰ ਦੱਸਣਾ, ਮੈਂ ਆਪਣੇ ਆਪ 'ਚ ਹੋਰ ਇੰਪਰੂਵ ਕਰਾਂਗਾ। ਸੋ ਮੈਂ ਧੰਨਵਾਦ ਕਰਦਾ, ਤੁਹਾਨੂੰ ਸਭ ਨੂੰ ਵਿਸ਼ ਯੂ ਵੈਲਥ ਕਰਦਾ।